ਹਾਈ ਫਰੈਂਡਸ, ਆਈ ਵੈਲਕਮ ਯੂ ਆਲ ਐਟ ਗਿਲਸ ਮੈਂਟੋਰ ਆਨਲਾਈਨ ਈ-ਲਰਨਿੰਗ ਚੈਨਲ। ਤੁਹਾਡਾ ਸਾਰਿਆਂ ਦਾ ਮੈਂ ਸਵਾਗਤ ਕਰਦੀ ਹਾਂ ਗਿਲਸ ਮੈਂਟੋਰ ਦੇ ਚੈਨਲ ਦੇ ਉੱਤੇ। ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ। ਤੇ ਮੈਂ ਇਹ ਵੀ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੀ PSPCL ਦੀ ਕੀ ਤਿਆਰੀ ਜਾਰੀ ਕੀਤੀ ਹੋਏਗੀ। ਪੂਰੀ ਤਰ੍ਹਾਂ ਤੁਸੀਂ ਕ੍ਰੈਸ਼ ਕੋਰਸ ਨੂੰ ਫੋਲੋ ਕਰ ਰਹੇ ਹੋਵੋਗੇ ਤੇ ਆਪਣੇ ਵੱਲੋਂ ਵੀ ਕੀ ਰਿਵੀਜ਼ਨ ਵੀ ਨਾਲ ਕਰ ਰਹੇ ਹੋਵੋਗੇ। ਬਿਨਾਂ ਰਿਵੀਜ਼ਨ ਤੋਂ ਪੇਪਰ ਕਰਨਾ ਕੀ ਹੈ ਮੁਸ਼ਕਿਲ ਹੋ ਜਾਂਦਾ ਵਾ। ਰਿਵੀਜ਼ਨ ਇਜ਼ ਮਸਟ। ਠੀਕ ਹੈ ਜੀ। ਤੁਸੀਂ ਅਗਰ ਫ੍ਰੀ PDF ਨੋਟਸ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ, ਜਿਹਦਾ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਵਾ। ਜਿੱਥੇ ਕਿ ਤੁਸੀਂ ਜਾਣਦੇ ਹੋ ਅਸੀਂ 120 ਡੇਜ਼ ਦਾ ਫ੍ਰੀ ਕ੍ਰੈਸ਼ ਕੋਰਸ ਸ਼ੁਰੂ ਕੀਤਾ ਹੋਇਆ ਵਾ PSPCL ਦਾ। ਤੇ ਅਸੀਂ ਤੁਹਾਡੇ ਨਾਲ ਉਦੋਂ ਤੱਕ ਜੁੜੇ ਰਵਾਂਗੇ ਜਦ ਤੱਕ ਤੁਹਾਡਾ ਕੀ ਹੈ PSPCL ਦਾ ਪੇਪਰ ਨਹੀਂ ਹੋ ਜਾਂਦਾ ਵਾ। ਦੇਖੋ ਜੀ, ਇਹ ਪੇਪਰ ਆਉਣ ਦੀ ਉਮੀਦ ਕੀ ਹੈ ਦਸੰਬਰ ਐਂਡ ਜਾਂ ਜਨਵਰੀ ਦੀ ਸਟਾਰਟਿੰਗ। ਟਾਈਮ ਬਹੁਤ ਘੱਟ ਹੈ, ਆਪਣਾ ਕੀ ਹੈ ਸਿਲੇਬਸ ਬਹੁਤ ਜ਼ਿਆਦਾ ਹੁੰਦਾ ਵਾ। ਆਪਾਂ ਕੀ ਹੈ ਪੂਰੀ ਕੋਸ਼ਿਸ਼ ਕਰਨੀ ਹੈ ਇਸ ਵਾਰੀ ਆਪਣਾ ਪੇਪਰ ਕੱਢ ਕੇ ਰਹਿਣਾ ਵਾ। ਠੀਕ ਹੈ, ਪਹਿਲੇ ਤਾਂ ਕਿ ਲੈਕਚਰ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਨ ਫਰੈਂਡਸ ਤੱਕ ਤੁਹਾਡੇ ਨੋਟੀਫਿਕੇਸ਼ਨ ਨਹੀਂ ਪਹੁੰਚੀ ਉਹਨਾਂ ਤੱਕ ਵੀ ਨੋਟੀਫਿਕੇਸ਼ਨ ਪਹੁੰਚ ਜਾਵੇ। ਤੇ ਜਿਹੜੇ ਬੱਚੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੇਂ ਲੈਕਚਰ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ 'ਤੇ ਮਿਲੇ। ਅੱਜ ਆਪਾਂ ਕਰਨ ਜਾ ਰਹੇ ਹਾਂ ਆਪਣਾ ਇੰਗਲਿਸ਼ ਦਾ 7th ਲੈਕਚਰ। ਤੁਸੀਂ ਇੰਗਲਿਸ਼ ਦਾ 6th ਲੈਕਚਰ ਦੇਖਿਆ ਹੋਏਗਾ, ਜਿਹਦਾ ਕਿ ਆਪਾਂ ਕਿ ਟੌਪਿਕ ਵਾਈਜ਼ ਆਪਣੀ ਗ੍ਰਾਮਰ ਨੂੰ ਸਟਾਰਟ ਕਰ ਚੁੱਕੇ ਹੋਏ ਹਾਂ। 6th ਲੈਕਚਰ ਵਿੱਚ ਕੀ ਆਪਾਂ ਨਾਊਨਸ ਡਿਸਕਸ ਕੀਤੇ ਸੀ, ਠੀਕ ਹੈ, ਵਿਦ ਰੂਲਸ। ਕੀ ਡਿਸਕਸ ਕੀਤੇ ਸੀ? ਨਾਊਨਸ। ਜਿਨ੍ਹਾਂ ਨੇ ਨਹੀਂ ਦੇਖੇ ਤੇ ਜਿਹੜੇ ਬੱਚੇ ਅੱਜ ਪਹਿਲੀ ਵਾਰੀ ਜੁੜ ਰਹੇ ਨੇ ਸਾਡੇ ਚੈਨਲ ਦੇ ਨਾਲ, ਉਹ ਕੀ ਹੈ ਪਲੇਲਿਸਟ 'ਤੇ ਜਾਵੋ। ਉੱਥੇ ਕੀ ਹੈ ਇੰਗਲਿਸ਼ ਦੀ PSPCL ਇੰਗਲਿਸ਼ ਦੀ ਪਲੇਲਿਸਟ ਬਣੀ ਹੋਈ ਹੈ। ਇੰਗਲਿਸ਼ ਦੀ ਕੀ ਬਣੀ ਹੋਈ ਹੈ? PSPCL ਦੀ ਪਲੇਲਿਸਟ ਬਣੀ ਹੋਈ ਹੈ। ਉਹਦੇ 'ਚ ਕੀ ਹੈ ਪਹਿਲੇ 6 ਪਾਰਟ ਨੇ ਰੈਗੂਲਰ, ਪਾਰਟ 1, ਪਾਰਟ 2, ਪਾਰਟ 3, ਪਾਰਟ 4, ਪਾਰਟ 5। ਠੀਕ ਹੈ, ਸੀਰੀਜ਼ ਵਿੱਚ ਹੈਗੇ ਨੇ, ਉਹਨਾਂ ਨੂੰ ਜਾ ਕੇ ਦੇਖਣਾ ਹੈ। ਠੀਕ ਹੈ, ਅੱਜ ਆਪਾਂ ਕੀ ਡਿਸਕਸ ਕਰਨ ਜਾ ਰਹੇ ਹਾਂ ਪ੍ਰੋਨਾਊਨਸ। ਆਪਣਾ ਸੀਰੀਜ਼ ਕੀ ਹੈ ਗ੍ਰਾਮਰ ਦੀ ਉੱਦਾਂ ਹੀ ਚੱਲੇਗੀ ਜਿੱਦਾਂ ਕਿ ਆਪਾਂ ਨਾਊਨਸ ਡਿਸਕਸ ਕੀਤੇ ਸੀਗੇ। ਠੀਕ ਹੈ ਨਾ, ਜਿੱਦਾਂ ਆਪਾਂ ਪ੍ਰੋਨਾਊਨ ਡਿਸਕਸ ਕੀਤੇ ਸੀ, ਨਾਊਨ ਸਾਰੇ ਡਿਸਕਸ ਕੀਤੇ ਸੀ, ਉੱਦਾਂ ਹੀ ਆਪਾਂ ਕੀ ਹੈ ਪ੍ਰੋਨਾਊਨ ਡਿਸਕਸ ਕਰਨ ਜਾ ਰਹੇ ਹਾਂ ਅੱਜ। ਠੀਕ ਹੈ, ਆਗੇ ਬੱਚੇ ਚਲੋ ਵਧੀਆ ਅੱਗੇ। ਪਹਿਲੇ ਪ੍ਰੋਨਾਊਨ ਡਿਸਕਸ ਕੁਐਸਚਨ ਸ਼ੁਰੂ ਕਰਨ ਤੋਂ ਪਹਿਲੇ ਜਾਂ ਰੂਲਸ ਸ਼ੁਰੂ ਕਰਨ ਤੋਂ ਪਹਿਲੇ ਕੀ ਜਾਣਨਾ ਕੀ ਜ਼ਰੂਰੀ ਹੁੰਦਾ ਹੈ? ਤੁਸੀਂ ਦੱਸੋ। ਕਿਸੇ ਵੀ ਚੀਜ਼ ਨੂੰ ਜਾਣਨ ਤੋਂ ਪਹਿਲੇ ਕੀ ਹੈ ਉਹਦੀ ਕੀ ਸਾਨੂੰ ਉਹਦੀ ਡੈਫੀਨੇਸ਼ਨ ਦਾ ਪਤਾ ਹੋਣਾ ਚਾਹੀਦਾ। ਕੀ ਪਤਾ ਹੋਣਾ ਚਾਹੀਦਾ? ਉਹਦੀ ਡੈਫੀਨੇਸ਼ਨ ਦਾ। ਨਾਊਨ ਕੀ ਹੁੰਦਾ ਸੀ? ਨਾਊਨ ਹੁੰਦਾ ਸੀ ਨੇਮ ਆਫ ਅ ਪਰਸਨ, ਪਲੇਸ, ਆਬਜੈਕਟ ਔਰ ਅ ਥਿੰਗ। ਠੀਕ ਹੈ, ਇਹ ਕੀ ਹੁੰਦਾ ਸੀ? ਨਾਊਨ ਹੁੰਦਾ ਸੀ। ਤੁਹਾਨੂੰ ਮੈਂ ਕੁਝ ਦੱਸੇ ਪਲੂਰਲ ਨਾਊਨ, ਸਿੰਗੂਲਰ ਨਾਊਨ, ਬਹੁਤ ਸਾਰੇ ਕੀ ਹੈ ਤੁਹਾਨੂੰ ਰੂਲ ਦੱਸੇ ਸੀਗੇ। ਕਰੈਕਟ ਜੀ। ਅੱਜ ਕੀ ਕਰਨ ਜਾ ਰਹੇ ਹਾਂ ਆਪਾਂ ਪ੍ਰੋਨਾਊਨ। ਪ੍ਰੋਨਾਊਨ ਦੀ ਕੀ ਹੁੰਦੇ ਨੇ ਪੰਜਾਬੀ 'ਚ ਅਗਰ ਕਹੀਏ ਆਪਾਂ ਪ੍ਰੋਨਾਊਨ ਕੀ ਹੁੰਦੇ ਨੇ? ਨਾਊਨ ਦੀ ਥਾਂ 'ਤੇ ਵਰਤੇ ਜਾਣ ਵਾਲੇ ਜਿਹੜੇ ਆਪਣੇ ਨਾਊਨ ਸੀਗੇ ਉਹਦੀ ਥਾਂ 'ਤੇ ਆਪਾਂ ਜਿਹੜੇ ਵਰਡਸ ਵਰਤਦੇ ਹਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ? ਪ੍ਰੋਨਾਊਨਸ ਕਹਿੰਦੇ ਹਾਂ। ਠੀਕ ਹੈ, ਕੀ ਕਹਿੰਦੇ ਆ ਆਪਾਂ ਉਹਨੂੰ? ਪ੍ਰੋਨਾਊਨ ਕਹਿੰਦੇ ਆ। ਸਮਝ ਲੱਗੀ? ਪੰਜਾਬੀ 'ਚ ਨਾਊਨ ਸੀਗਾ ਨੇਮ ਆਫ ਅ ਪਰਸਨ, ਜਿੱਦਾਂ ਕਿ ਤੁਹਾਡਾ ਨੇਮ ਹੈ। ਹੁਣ ਆਪਾਂ ਜਿਵੇਂ ਮੇਰਾ ਨੇਮ ਹੈ ਜਸਮੀਤ, ਹੁਣ ਮੈਂ ਲਿਖ ਦੇਵਾਂਗੀ ਜਸਮੀਤ ਇਹ ਕਰਦੀ ਹੈ, ਫਿਰ ਫੁੱਲ ਸਟਾਪ, ਫਿਰ ਜਸਮੀਤ ਐਵੇਂ ਹੈ। ਠੀਕ ਹੈ, ਪਰ ਇੱਦਾਂ ਨਹੀਂ ਹੈ ਨਾ। ਆਪਾਂ ਦੁਬਾਰਾ ਜਸਮੀਤ ਵਰਤਣ ਦੀ ਬਜਾਏ ਆਪਾਂ ਕੀ ਵਰਤਾਂਗੇ? ਸ਼ੀ। ਜਿਵੇਂ ਕਿ ਆਪਾਂ ਬੋਏ ਅਗਰ ਕੋਈ ਲੈ ਲਈਏ, ਬੋਏ ਲੈ ਲਈਏ, ਕੋਈ ਸਪੋਜ਼ ਕਰ ਲਓ ਤੁਸੀਂ ਨਾਮ, ਸਪੋਜ਼ ਕਰ ਲਓ ਕਿ ਰਾਮ। ਰਾਮ ਇਜ਼ ਅ ਡੈਸ਼ ਬॉय, फिर फुल स्टॉप, राम इज़ डैट। बार बार राम वरतन जाए पर राम की बजाय सेकेंड की लिखांगे ही। मतलब रैपीटिशन ਨੂੰ ਅਵੋਇਡ ਕਰਨ ਨੂੰ ਆਪਾਂ ਕੀ ਕਹਿੰਦੇ ਹੈਗੇ ਆ? ਪ੍ਰੋਨਾਊਨ। ਰੈਪੀਟੀਸ਼ਨਸ ਨੂੰ ਨਾਊਨ ਅਵੋਇਡ ਕਰਨ ਨੂੰ। ਠੀਕ ਹੈ, ਪ੍ਰੋਨਾਊਨ ਕੀ ਹੈ? ਯੂਜ਼ਡ ਇਨ ਪਲੇਸ ਆਫ ਅ ਨਾਊਨ। ਕਲੀਅਰ? ਸਮਝ ਲੱਗ ਗਿਆ? ਪ੍ਰੋਨਾਊਨ ਤੇ ਨਾਊਨ ਦਾ ਫਰਕ ਪਤਾ ਲੱਗ ਗਿਆ ਨਾ। ਹੁਣ ਆਪਾਂ ਅੱਜ ਪਹਿਲੇ ਕੁਐਸਚਨ ਪਹਿਲੇ ਪੜ੍ਹ ਦਿੰਦੇ ਹਾਂ। I, you and he must attend the seminar on career guidance। 5th ਕੀ ਹੈ ਆਪਸ਼ਨ? no error। ਆਪਸ਼ਨ ਉਵੇਂ ਹੀ ਹੈ A ਦਾ 1, B ਦਾ 2, C 3, D 4 and E 5। I, you and he must attend the seminar on career guidance। ਕੁਐਸਚਨ ਕਰਨ ਤੋਂ ਪਹਿਲੇ ਆਪਾਂ ਕੀ ਦੇਖਾਂਗੇ? ਰੂਲ ਦੇਖਾਂਗੇ। ਕਰਨ ਤੋਂ ਪਹਿਲੇ ਕੀ ਆਪਾਂ? ਰੂਲ ਦੇਖਾਂਗੇ। ਰੂਲ ਕੀ ਕਹਿੰਦਾ ਆਪਣਾ? ਪਹਿਲਾ ਰੂਲ ਕੀ ਕਹਿੰਦਾ? ਜਦੋਂ 3 ਪ੍ਰੋਨਾਊਨਸ ਯੂਜ਼ ਹੁੰਦੇ ਨੇ ਤੇ ਤਿੰਨੋਂ ਪ੍ਰੋਨਾਊਨ ਕੇ ਡਿਫਰੈਂਟ ਪਰਸਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ। 3 ਪ੍ਰੋਨਾਊਨਸ ਯੂਜ਼ ਹੋ ਰਹੇ ਨੇ ਤੇ ਤਿੰਨੋਂ ਕੀ ਹੈ ਡਿਫਰੈਂਟ ਪਰਸਨ ਨੂੰ ਸ਼ੁਰੂ ਕਰ ਰਹੇ ਨੇ, ਆਰ ਯੂਜ਼ ਇਨ ਸੇਮ ਸੈਂਟੈਂਸ। ਤਾਂ ਉਹਦੀ ਅਰੇਂਜਮੈਂਟ ਕਿੱਦਾਂ ਹੋਣੀ ਚਾਹੀਦੀ ਹੈ? 2, 3, 1 ਦੀ ਅਰੇਂਜਮੈਂਟ ਵਿੱਚ ਹੋਣੇ ਚਾਹੀਦੇ ਨੇ। 2, 3, 1 ਦੀ ਅਰੇਂਜਮੈਂਟ ਵਿੱਚ ਕਿੱਦਾਂ ਹੋਣੇ ਚਾਹੀਦੇ ਨੇ? 2, 3, 1 ਦੀ ਅਰੇਂਜਮੈਂਟ ਵਿੱਚ। ਹੁਣ ਤੁਸੀਂ ਕਹੋਗੇ 2, 3, 1 ਕੀ ਹੈ? 2, 3, 1 ਕਿਹਨੂੰ ਹੈ? ਪਰਸਨ ਨੂੰ ਰਿਪਰੈਜ਼ੈਂਟ ਕਰ ਰਿਹਾ। ਕੁਐਸਚਨ ਦੇਖੋ ਕੀ ਕਹਿ ਰਿਹਾ ਵਾ? I, you and he। I, you and he। ਠੀਕ ਹੈ, ਯੂ ਕੀ ਹੁੰਦਾ ਹੈ? ਸੈਕਿੰਡ ਪਰਸਨ। ਹੀ ਕੀ ਹੁੰਦਾ ਹੈ? ਥਰਡ ਪਰਸਨ। ਆਈ ਕੀ ਹੁੰਦਾ ਹੈ? ਫਸਟ ਪਰਸਨ। 2, 3 ਔਰ 1
ਦੀ ਤਰ੍ਹਾਂ ਕੀ ਹੈ ਸਾਨੂੰ ਕੀ ਹੈ ਯੂਜ਼ ਕਰਨੇ ਹੁੰਦੇ ਨੇ। ਸਮਝ ਲੱਗ ਗਈ? 2 3 ਔਰ 1 ਕਿੱਦਾਂ? ਫਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ ਪਤਾ ਹੈ ਨਾ। ਹੀ ਇਜ਼ ਫॉर ਥਰਡ, ਯੂ ਇਜ਼ ਫॉर ਸੈਕਿੰਡ ਐਂਡ ਆਈ ਇਜ਼ ਫॉर ਫਸਟ ਪਰਸਨ। ਠੀਕ ਹੈ, तो इस सेंटेंस विच की हो जाएगा? यू ही एंड आई मस्ट अटेंड द सैमीनार ऑन करियर गाइडेंस। अपना ऑप्शन ए की हो जाएगा करैक्ट हो जाएगा, क्योंकि फर्स्ट विच की है अपना एरर है। ठीक है, ए ऑप्शन की हो जाएगा अपना करैक्ट हो जाएगा। कितना होएगा? यू ही एंड आई मस्ट अटेंड द सैमीनार ऑन करियर गाइडेंस। 2 3 1 पर्सन समझ लग गए ना। प्रोनाउन ਇਹ ਤਿੰਨੋਂ ਕੀ ਹੈ? ਆਈ, ਯੂ ਔਰ ਹੀ ਕੀ ਹੈ? ਪ੍ਰੋਨਾਊਨ ਹੈ ਨਾ, ਕਿਸੇ ਨਾउन ਦੀ ਜਗ੍ਹਾ ਆਪਾਂ ਵਰਤੇ ਨੇ। ਹੀ ਕਿਸੇ ਦਾ ਨਾਮ ਵੀ ਹੋ ਸਕਦਾ, ਯੂ ਆਪਾਂ ਕਿਸੇ ਨੂੰ ਕਹਿ ਰਹੇ ਹਾਂ, ਆਈ ਅਸੀਂ ਆਪਣੀ ਗੱਲ ਕਰ ਰਹੇ ਹਾਂ। ਨਾउन ਦੀ ਥਾਂ ਤੇ ਵਰਤੇ ਗਏ ਸਭ ਤਿੰਨੋਂ ਕੀ ਨੇ? ਪ੍ਰੋਨਾਊਨ ਨੇ। ਕਲੀਅਰ ਫਸਟ ਕੁਐਸਚਨ? ਰੂਲ ਸਮਝ ਲੱਗ ਗਿਆ ਫਸਟ ਕੁਐਸਚਨ ਦਾ? ਵਧੀਆ। ਅੱਗੇ ਜਿਹੜਾ ਸੈਕਿੰਡ ਹੈ ਉਹ ਵੀ ਫਸਟ ਦੇ ਨਾਲ ਰਿਲੇਟਡ ਹੈ, ਵੀ ਥੋੜੀ ਜਿਹੀ ਕੀ ਹੈ ਐਕਸੈਪਸ਼ਨ ਹੈਗੀ ਉਹਦੇ ਵਿੱਚ। ਕੁਐਸਚਨ ਦੇਖੋ ਪਹਿਲੇ, ਯੂ ਹੀ ਐਂਡ ਆਈ ਆਰ ਟੂ ਬੀ ਬਲੇਮਡ for the accident, fifth option no error. You, he and I are to be blamed for the accident. ਹੁਣ ਤੁਸੀਂ ਇੱਥੇ ਵੀ ਮੈਨੂੰ ਇਹੀ ਕਹੋਗੇ ਨਾ ਕਿ ਮੈਂ ਇਹਦਾ 2 ਆਪਾਂ ਕੀ ਰੂਲ ਕੀਤਾ ਸੀਗਾ? ਫਸਟ ਰੂਲ ਕੀ ਸੀ? 2 3 1। ਠੀਕ ਹੈ, ਤੁਸੀਂ ਮੈਨੂੰ ਕਹਿ ਦਿਓ ਕਿ ਇਹ ਬਿਲਕੁਲ ਨੋ ਐਰਰ ਹੈ, ਗਲਤ ਹੋ ਜਾਏਗਾ। ਮੈਂ ਕੀ ਕਿਹਾ? ਸੈਕਿੰਡ ਕੁਐਸਚਨ ਕੇ ਇੱਕ ਐਕਸੈਪਸ਼ਨ ਨਾਲ ਆਉਂਦਾ ਵਾ। ਇਹਦੇ 'ਚ ਕੀ ਹੋਏਗਾ ਆਪਣਾ? 1 2 ਤੇ 3। ਕਿਉਂ? ਅਗਰ ਕੋਈ ਨਾउन, ਕੋਈ ਪ੍ਰੋਨਾउन ਹੈ ਸੋਰੀ, ਤੇ ਉਹ ਡਿਫਰੈਂਟ ਪਰਸਨਸ ਨੂੰ, ਇਹ ਕੀ ਹੈ 3 ਪਰਸਨ ਹੈ, ਡਿਫਰੈਂਟ ਪਰਸਨਸ ਨੂੰ ਹੈ, ਤੇ ਅਗਰ ਉਸ ਸੈਂਟੈਂਸ ਦੇ ਵਿੱਚ ਕੀ ਹੈ ਕੋਈ ਗਿਲਟ ਹੈ, ਦੇਖੋ ਨੀਚੇ ਲਿਖਿਆ ਵੀ ਹੋਇਆ, ਮੈਂ ਲਿਖੀ ਹੋਈ ਹੈ, ਤੁਹਾਡੀ ਪ੍ਰੋਪਰ ਐਕਸਪਲੇਨੇਸ਼ਨ ਮੈਂ ਹਰ ਕੁਐਸਚਨ ਨਾਲ ਤੁਹਾਨੂੰ ਪ੍ਰੋਵਾਈਡ ਕਰਾਂਗੀ ਰੂਲਸ। ਅਗਰ ਕੋਈ ਕਨਫੈਸ ਕਰ ਰਿਹਾ ਹੋਵੇ ਉਸ ਸੈਂਟੈਂਸ ਵਿੱਚ ਕੋਈ ਗਿਲਟ ਹੈ, ਤੇ ਕੋਮਾ ਆਏਗਾ, ਕੋਈ ਗਿਲਟ ਹੈ, ਕੋਈ ਫਲੋ ਹੈ, मतलब कोई गलती है, मिसटेक है, या कोई सिन है। ठीक है, या फिर की है कोई सिन है। सिन समझते ना, क्राइम आप कह देंगे क्राइम, तो अपनी की हो जाएगी सेंटेंस कोई मिसटेक की है, मतलब कुछ गलत है उस चीज़ के, कुछ कन्फैक्स कर रहा अपनी गलती को, तो ऑर्डर की हो जाता अपना 1 2 ਤੇ 3 अपना ऑर्डर हो जाता है। ऐसे एक्सैप्शन फस्ट क्वेश्चन की। ठीक है, ये की बच्चे बहुत बारी गलती कर जाते, सेंटेंस नहीं पढ़ते, पहला पढ़नगे अच्छा वो वाला रूल है 2 3 1 वाला रूल आ गया है, 2 3 1 वाला रूल आ गया। नहीं, पहले सेंटेंस तो पढ़ लो, कितने उस सेंटेंस किसी गिल्ट, किसी को कोई एक्सीडेंट, कोई फ्लो, कोई सिन इहो जिहा तो नहीं कुछ हैगा, तो अपना की हो जाएगा 1 2 ते 3। हुण इत्थे की हो जाएगा अपना आई यू एंड ही, अपना ए ऑप्शन की रहेगा ये करैक्ट, की हो जाएगा आई यू एंड ही आर टू बी ब्लेम्ड फॉर द एक्सीडेंट। एक्सीडेंट की है? एक्सीडेंट एक गलती होंदी है ना, एक मिसटेक ही होंदी है। एक्सीडेंट वर्ड तो पता लग रहा है मिसटेक है, तो अपना रूल की हो जाएगा 1 2 एंड 3। क्लियर? 2 समझ लग गए, रूल समझ लग गए। नेक्स्ट वधिए, चलो नेक्स्ट क्वेश्चन, दैट इज़ आवर थर्ड क्वेश्चन। थर्ड क्वेश्चन करन तो पहले मैं तुहानूं एक चीज़ां क्लीयर करना चाहती हाँ। एक होंदा नॉमिनेटिव केस, ठीक है, एक होंदा ऑब्जेक्टिव केस। ये चीज़ां ध्यान नाल सुनना। हुण अगले क्वेश्चन दोबारा तुहानूं बहुत काम आएंगे प्रोनाउन दे विच, नॉमिनेटिव केस ते ऑब्जेक्टिव केस। ठीक है, नॉमिनेटिव नूं तुसीं कि सबजैक्टिव भी कह दिंदे हो, की कह दिंदे आपां सबजैक्टिव केस, मतलब कोई सबजैक्ट, ठीक है, जो काम कर रहा है, ਜਿਹੜਾ ਬੰਦਾ ਕੀ ਹੈ ਕੰਮ ਕਰਦਾ ਪਿਆ ਵਾ, ਉਹਨੂੰ ਆਪਾਂ ਕੀ ਕਹਿੰਦੇ ਆ? ਸਬਜੈਕਟ। ਠੀਕ ਹੈ, ਜਿਹਦੇ ਉੱਤੇ ਕੰਮ ਹੋ ਰਿਹਾ ਹੈ ਉਹਨੂੰ ਆਪਾਂ ਕਹਿੰਦੇ ਆ ਆਬਜੈਕਟ। ਦੁਬਾਰਾ ਸੁਣ ਲਓ, ਆਬਜੈਕਟ ਕੀ ਹੈ? ਜਿਹਦੇ ਉੱਤੇ ਕੰਮ ਹੋ ਰਿਹਾ ਹੈ। ਸਬਜੈਕਟ ਕੀ ਹੈ? ਜੋ ਕੰਮ ਕਰ ਰਿਹਾ ਹੈ। ਹੁਣ ਜੋ ਕੰਮ ਕਰ ਰਿਹਾ, ਨੋਮੀਨੇਟਿਵ ਕੇਸ ਵਿੱਚ ਕੀ ਆ ਜਾਏਗਾ? ਆਈ ਵੀ ਹੀ ਸ਼ੀ ਇਟ दे यू, ਇਹ सब की ने सबजैक्टिव केस। अगर यही सारिया चीज़ों का की है ऑब्जेक्टिव केस, आए का ऑब्जेक्टिव केस की होएगा? मी। ठीक है, याद रखना ऑब्जेक्टिव केस जिहदे उत्ते काम हो रहा है उन्होंने आपां कहंदे ऑब्जेक्ट। वी का ऑब्जेक्टिव की होएगा? वी का कह रही है मैं अस। ही का ऑब्जेक्टिव की होएगा? हिम। शी का ऑब्जेक्टिव की होएगा?
शी दा, हर। इट दा की रहेगा, इट। दे दा की हो जाएगा, दैम। यू दा की रहेगा, यू। देखो एक यू दा ਤੇ ਇਟ ਦਾ ਤਾਂ ਆਬਜੈਕਟ ਵਿੱਚ ਵੀ ਸੇਮ ਰਹੇਗਾ, ਪਰ ਬਾਕੀਆਂ ਦਾ ਕੀ ਹੈ ਆਬਜੈਕਟਿਵ ਕੇਸ ਵਿੱਚ ਕੀ ਹੋ ਜਾਏਗਾ, ਡਿਫਰੈਂਟ ਹੋ ਜਾਏਗਾ। ਕੀ ਹੋ ਜਾਏਗਾ, ਡਿਫਰੈਂਟ ਹੋ ਜਾਏਗਾ। ਐਂਡ ਨੋਟ ਕਰ ਲਓ, ਇਹ ਚੀਜ਼ ਪੀਪੀਟੀ 'ਚ ਨਹੀਂ ਹੈਗੀ। ਨੋਮੀਨੇਟਿਵ ਕੇਸ ਤੇ ਆਬਜੈਕਟਿਵ ਕੇਸ ਦਾ ਡਿਫਰੈਂਸ ਪਤਾ ਲੱਗ ਗਿਆ। ਅਗਰ ਤੁਹਾਨੂੰ ਇੰਗਲਿਸ਼ ਵਿੱਚ ਨੋਮੀਨੇਟਿਵ ਤੇ ਆਬਜੈਕਟਿਵ ਕੇਸ ਸਮਝ ਲੱਗ ਗਿਆ ਨਾ, ਤੁਹਾਡੀ ਬੜੀਆਂ ਮੁਸ਼ਕਿਲਾਂ ਆਸਾਨ ਹੋ ਜਾਣਗੀਆਂ ਇੰਗਲਿਸ਼ ਦੀ, ਐਰਰ ਸੋਲਵਿੰਗ ਵਿੱਚ, ਸੈਂਟੈਂਸ ਕਲੀਅਰਿੰਗ ਦੇ ਵਿੱਚ, ਕਰੈਕਸ਼ਨ ਦੇ ਵਿੱਚ। ਠੀਕ ਹੈ ਨਾ, ਕਲੀਅਰ ਹੈ। ਜੇ ਕਿਸੇ ਨੂੰ ਹਜੇ ਵੀ ਨੋਮੀਨੇਟਿਵ ਤੇ ਆਬਜੈਕਟਿਵ ਦੇ ਵਿੱਚ ਡਾਊਟ ਹੋਏਗਾ ਨਾ, ਵੀਡੀਓ ਨੂੰ 2 ਜਾਂ 3 ਵਾਰੀ ਦੇਖਣਾ। ਠੀਕ ਹੈ, ਡਾਊਟ ਹੋਏਗਾ ਤੇ ਉਹ ਡਾਊਟ ਕੀ ਹੈ ਮੈਨੂੰ ਕਲੀਅਰਲੀ ਤੁਸੀਂ ਨੀਚੇ ਲਿਖਣਾ ਹੋਵੇ ਕਮੈਂਟ ਬਾਕਸ ਵਿੱਚ। ਠੀਕ ਹੈ, ਕਲੀਅਰਲੀ ਕੀ ਹੈ ਕਮੈਂਟ ਬਾਕਸ ਵਿੱਚ ਲਿਖਣਾ ਹੈ। ਇਹਦਾ ਮੈਂ ਕੀ ਐਗਜ਼ਾਮਪਲ ਦੇ ਦਿੰਦੀ ਹਾਂ, ਸਬਜੈਕਟ ਤੇ ਆਬਜੈਕਟ ਦਾ ਤੁਹਾਨੂੰ ਪਤਾ ਕਿਵੇਂ ਲੱਗੇਗਾ। ਦੇਖੋ ਇੱਕ ਸੈਂਟੈਂਸ ਹੈ, ਸ਼ੀ ਹੈਜ਼ ਮੇਡ ਦ ਚਪਾਤੀਸ, she has made the chapatis for us। अगर है us की जगह बाय चांस ਤੁਹਾਡਾ ਵੀ ਹੁੰਦਾ ਤਾਂ ਸੈਂਟੈਂਸ ਕੀ ਹੋ ਜਾਣਾ ਸੀ, ਗਲਤ। ਵੀ ਕੀ ਹੈ, ਇੱਕ ਸਬਜੈਕਟ ਹੈ ਜੋ ਕੰਮ ਕਰ ਰਿਹਾ ਹੈ। us ਕੀ ਹੈ, ਆਬਜੈਕਟ ਹੈ ਜਿਹਦੇ ਉੱਤੇ ਕੰਮ ਹੋ ਰਿਹਾ ਹੈ, ਤੇ us ਹੀ ਯੂਜ਼ ਹੋਏਗਾ ਨਾ। she ਤਾਂ ਸਬਜੈਕਟ ਹੈ, ਬਿਲਕੁਲ ਠੀਕ ਹੈ। ਅਗਰ ਇੱਥੇ ਹਰ ਹੁੰਦਾ ਤਾਂ ਸੈਂਟੈਂਸ ਕੀ ਹੋ ਜਾਣਾ ਸੀ, ਗਲਤ ਹੋ ਜਾਣਾ ਸੀ। ਠੀਕ ਹੈ, she ਕੀ ਹੋ ਗਿਆ ਆਪਣਾ ਸਬਜੈਕਟ ਤੇ us ਕੀ ਹੋ ਗਿਆ ਆਪਣਾ ਆਬਜੈਕਟ। ਸਮਝ ਲੱਗ ਗਿਆ ਸਬਜੈਕਟ ਤੇ ਆਬਜੈਕਟ ਦਾ ਡਿਫਰੈਂਸ, ਸਮਝ ਲੱਗ ਗਿਆ। ਇੱਕ ਸੈਂਟੈਂਸ ਨਾ ਹੋਰ ਦੇਖ ਲਓ ਤਾਂ ਕਿ ਕੋਈ ਡਾਊਟ ਨਾ ਰਹਿ ਜਾਏ। ਇੱਕ ਸੈਂਟੈਂਸ ਲਓ, ਆਈ ਹੈਵ ਡਨ ਦਿਸ ਵਰਕ, ਮੈਂ ਇਹ ਕੰਮ ਕੀਤਾ ਵੈ। ਠੀਕ ਹੈ, ਮੈਂ ਇਹ ਕੰਮ ਕੀਤਾ ਹੈ, ਸੈਂਟੈਂਸ ਠੀਕ ਹੈ। ਹੁਣ ਅਗਰ ਇਹੀ ਚੀਜ਼ ਐਵੇਂ ਲਿਖੀ ਹੁੰਦੀ, ਦਿਸ ਵਰਕ ਹੈਜ਼ ਬੀਨ ਡਨ ਬਾਏ ਮੀ ਕੀ ਹੋ ਗਿਆ ਹੁਣ, ਆਬਜੈਕਟਿਵ ਕੇਸ। ਇੱਥੇ ਹੁਣ ਆਪਾਂ ਮੀ ਕਿਉਂ ਲਿਖਿਆ, ਇਹ ਵਾਲਾ ਕੰਮ, ਹੁਣ ਇਹ ਕੰਮ ਮੇਰੇ ਦੁਆਰਾ ਕੀਤਾ ਗਿਆ ਹੈ। ਕਿਸੇ ਕੰਮ ਉੱਤੇ ਕੰਮ ਹੋ ਰਿਹਾ ਤਾਂ ਇੱਥੇ ਕੀ ਆ ਰਿਹਾ ਆਪਣਾ, ਇੱਥੇ ਕੀ ਆਏਗਾ ਆਪਣਾ ਆਬਜੈਕਟਿਵ ਕੇਸ ਆਏਗਾ। ਇੱਕ ਸਿੰਪਲ ਜਿਹਾ ਹੁੰਦਾ ਵਾ, ਟ੍ਰਿਕ ਹੁੰਦੀ ਹੈ, ਜਿਹੜਾ ਅੱਗੇ ਆਉਂਦਾ ਉਹ ਸਬਜੈਕਟ ਹੁੰਦਾ, ਜਿਹੜਾ ਪਿੱਛੇ ਆਉਂਦਾ ਉਹ ਆਬਜੈਕਟ ਹੁੰਦਾ। ਆਪਾਂ ਇੱਦਾਂ ਲਗਾਏ ਹੁੰਦੇ, ਬਹੁਤ ਸਾਰੇ ਕੁਐਸਚਨਸ ਵਿੱਚ ਹੁੰਦਾ ਵਾ, ਤੇ ਜਿਨ੍ਹਾਂ 'ਚ ਐਕਸੈਪਸ਼ਨ ਹੋਏਗੀ ਉਹ ਮੈਂ ਤੁਹਾਨੂੰ ਨਾਲ ਸਮਝਾਵਾਂਗੀ। ਇੰਨੀ ਗੱਲ ਕਲੀਅਰ ਹੋ ਗਈ। ਹੁਣ ਥਰਡ ਕੁਐਸਚਨ ਵੱਲ ਵਧੀਏ। ਡਨ, ਲੈਟਸ ਗੋ ਫॉर द थर्ड क्वेश्चन के मिस्टर अश्वनी कॉमा माय फ्रेंड्स एंड प्रोफेसर इज नोन फॉर देयर बैड बिहेवियर। फिफ्थ ऑप्शन की है, नो एरर। मिस्टर अश्वनी ते मेरे दोस्त ते प्रोफेसर किस चीज़ लिए जाने जाते हैं, बैड बिहेवियर लिए जाने जाते हैं। हुण यह की है, अश्वनी की है, नाउन है। अश्वनी एक नाउन है ना, ਇਹ ਸਾਰੇ ਕੀ ਹੈ, ਨਾउन्स ਨੇ। ਜਦੋਂ ਵੀ ਦੋ ਸਿੰਗੂਲਰ ਨਾउन्स ਨੂੰ ਆਪਾਂ ਜੁਆਇਨ ਕਰਦੇ ਆ, ਦੋ ਸਿੰਗੂਲਰ ਨਾउन्स ਨੇ ਨਾ, ਮਾਈ ਫਰੈਂਡ ਲਿਖਿਆ, ਫਰੈਂਡਸ ਤਾਂ ਨਹੀਂ ਲਿਖਿਆ, ਮਾਈ ਫਰੈਂਡ, ਤੇ ਐਂਡ ਨਾਲ ਜੁੜੇ ਹੋਏ ਨੇ। ਦੋ ਨਾउन ਨੂੰ ਆਪਾਂ ਰੈਫਰ ਕੀਤਾ ਹੋਇਆ ਐਂਡ ਨਾਲ, ਤੇ ਉਹ ਚੀਜ਼ ਕੀ ਹੈ, ਇੱਕੋ ਚੀਜ਼ ਵੱਲ ਇਸ਼ਾਰਾ ਕਰ ਰਹੇ ਨੇ। ਸਭ ਦਾ ਕੀ ਹੈ, ਬੈਡ ਬਿਹੇਵੀਅਰ, ਅਲੱਗ-ਅਲੱਗ ਤਾਂ ਨਹੀਂ ਕਰ ਰਹੇ, ਬੈਡ ਬਿਹੇਵੀਅਰ। ਤਾਂ ਜਿਹੜਾ ਪ੍ਰੋਨਾਊਨ ਯੂਜ਼ ਹੁੰਦਾ ਨਾ, ਉਹਦੇ ਵਿੱਚ ਸਿੰਗੂਲਰ ਪ੍ਰੋਨਾਊਨ ਯੂਜ਼ ਹੁੰਦਾ। ਪ੍ਰੋਨਾਊਨ ਇਹਦੇ ਵਿੱਚ ਕੀ ਹੈ, ਦੇਅਰ ਕੀ ਹੈ, ਇੱਕ ਪ੍ਰੋਨਾਊਨ ਹੈ। ਦੇਅਰ ਹੈ, ਤਿੰਨਾਂ ਨੂੰ ਰੈਫਰ ਕਰ ਰਿਹਾ, ਤੇ ਦੇਅਰ ਕੀ ਹੈ, ਇੱਕ ਪ੍ਰੋਨਾਊਨ ਹੈ। ਤੇ ਇਹ ਨਾउन्स ਕੀ ਹੈ, ਐਂਡ ਨੂੰ, ਐਂਡ ਨਾਲ ਜੁੜੇ ਹੋਏ ਨੇ, ਤੇ ਕਿਹਦੇ ਵੱਲ ਇਸ਼ਾਰਾ ਕਰ ਰਹੇ ਨੇ, ਤਿੰਨਾਂ ਦੇ ਇੱਕੋ ਚੀਜ਼ ਵੱਲ, ਬੈਡ ਬਿਹੇਵੀਅਰ ਵੱਲ ਇਸ਼ਾਰਾ ਕਰ ਰਹੇ, ਤਿੰਨਾਂ ਦੇ ਇੱਕੋ ਕਰੈਕਟਰਿਸਟਿਕਸ ਵੱਲ। ਤੇ ਉਹਦਾ ਜਿਹੜਾ ਪ੍ਰੋਨਾਊਨ ਹੈ ਨਾ, ਸਿੰਗੂਲਰ ਯੂਜ਼ ਹੁੰਦਾ ਹੈ। ਦੇਅਰ ਕੀ ਇੱਕ ਪਲੂਰਲ ਨਾउन ਹੈ। what is there, there is a plural noun। ਇੱਥੇ ਆਣਾ ਕੀ ਚਾਹੀਦਾ ਹੈ, ਸਿੰਗੂਲਰ ਨਾउन, ਤੇ ਆ ਕੀ ਰਿਹਾ, ਪਲੂਰਲ। ਤੇ ਐਰਰ ਕਿੱਥੇ ਹੋਇਆ, ਫੋਰਥ ਆਪਸ਼ਨ ਦੇ ਵਿੱਚ। ਆਪਸ਼ਨ ਡੀ ਕੀ ਹੋ ਜਾਏਗਾ ਆਪਣਾ, ਕਰੈਕਟ ਹੋ ਜਾਏਗਾ ਇਹਦੇ ਵਿੱਚ। ਠੀਕ ਹੈ, ਰੂਲ ਸਮਝ ਲੱਗ ਗਿਆ। ਦੋ ਨਾउन ਤੇ ਦੋਨੋਂ ਕੀ ਨੇ, ਸਿੰਗੂਲਰ ਨਾउन ਨੇ। ਦੋ ਨਾउन ਸਿੰਗੂਲਰ ਨਾउन ਨੇ, ਤੇ ਐਂਡ ਲੱਗਿਆ ਹੋਇਆ, ਐਂਡ ਦੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਦੇ ਇੱਕੋ ਕਰੈਕਟਰਿਸਟਿਕਸ ਵੱਲ ਕੀ ਹੈ, ਰੈਫਰ ਕਰ ਰਹੇ ਨੇ। ਜਾਂ ਇੱਕੋ ਪਰਸਨ ਵੱਲ ਰੈਫਰ ਕਰ ਰਿਹਾ, ਚਾਹੇ ਇੱਕੋ ਥਿੰਕ ਵੱਲ ਰੈਫਰ ਕਰ ਰਿਹਾ, ਜਾਂ ਉਹਨਾਂ ਦੇ ਇੱਕੋ ਬਿਹੇਵੀਅਰ ਵੱਲ ਰੈਫਰ ਕਰ ਰਹੇ ਨੇ, ਕਿਸੇ ਵੀ ਮਤਲਬ ਇੱਕ ਚੀਜ਼ ਵੱਲ। ਤੇ
ਉਹਦੇ 'ਚ ਜਿਹੜਾ ਪ੍ਰੋਨਾਊਨ ਯੂਜ਼ ਹੋਏਗਾ ਕੀ ਯੂਜ਼ ਹੋਏਗਾ ਸਿੰਗੂਲਰ ਪ੍ਰੋਨਾਊਨ ਯੂਜ਼ ਹੋਏਗਾ ਕੀ ਯੂਜ਼ ਹੋਏਗਾ ਸਿੰਗੂਲਰ ਤੇ देयर ਦਾ ਸਿੰਗੂਲਰ ਕੀ ਹੋ ਜਾਏਗਾ ਹਿਸ ਬਿਹੇਵੀਅਰ देयर ਕੀ ਹੋ ਜਾਏਗਾ ਹਿਸ ਬਿਹੇਵੀਅਰ ऑप्शन की मिस्टर अश्वनी माय फ्रेंड्स एंड प्रोफेसर इज़ नोन फॉर हिज बैड बिहेवियर ठीक है क्योंकि मिस्टर की कह रहे हुए जेंट्स है ना आदमी वाला है मिस्टर तो पता लग रहा है एक मेल है तो इत्थे की आ जाएगा हिज बिहेवियर अगर इत्थे हुंदा मिस अश्वनी तो इत्थे आ जाना सी हर बैड बिहेवियर समझ लग गया क्लीयर रूल क्लीयर आंसर क्लीयर वधिया अगे ठीक है ऑप्शन डी की हो गया फोर्थ हिच की है करैक्ट इत्थे की उही रूल समझाया देखो दो सिंगुलर नाउन सी एंड नू रैफर कर रहे सी ते किन्नू एंड नाल जुड़े हुए सी ते रैफर किन्नू कर रहे सी सेम परसन और थिंग नू तो आपां प्रोनाउन किहड़ा यूज़ करांगे सिंगुलर प्रोनाउन यूज़ करांगे क्लीयर वधिया फिफ्थ क्वेश्चन तो अपना फिफ्थ रूल भी क्वेश्चन के नाल अपना की आ जाता रूल भी आ जाता क्वेश्चन की है पहले का द पार्टी चीफ एंड द चीफ मिनिस्टर एक्सप्रैसड हिज व्यूज़ ऑन द डीमोनेटाइजेशन इन इंडिया हुण तुसीं इत्थे की कहोगे कि सेंटेंस विच की है नो एरर है फोर्थ क्वेश्चन भी की है एक तरह की है एक्सैप्शन है तुसीं की कहोगे नो एरर है एक तो पहले तो एंड नाल है दो नाउन ने ते दोनों सिंगुलर ने पर उहदे विच मैं की गया सी इक्को चीज़ वाल रैफर कर रहे हैं वो की है इक्को चीज़ वाल ए की है दो अलग अलग नाउन ने ते एंड नाल की है जुड़े हुए ने ते दोनों एक डिफरेंट पर्सन है ना पार्टी चीफ ते चीफ मिनिस्टर दोनों डिफरेंट पर्सन हैं रैफर टू टू डिफरेंट परसनस ठीक है ना दो डिफरेंट परसन ने तो उहदे विच प्रोनाउन की यूज़ होएगा प्लूरल यूज़ होएगा प्रोनाउन की यूज़ होएगा प्लूरल यूज़ होएगा ना कि सिंगुलर थर्ड ऑप्शन की हो जाता अपने तो गलत एक्सप्रैसड देयर व्यू एक्सप्रैसड की आएगा देयर व्यूज़ दोनों की अलग अलग उत्थे की है अश्वनी उहदे दो अश्वनी की है फ्रेंड एंड माय फ्रेंड एंड प्रोफेसर ठीक है समझ लग गया ये दो अलग बंदे हैं ना पार्टी चीफ एक अलग बंदा है चीफ मिनिस्टर एक अलग बंदा है जुड़े बेशक एंड नाल होए ने हैगे सिंगुलर नाउन ने ठीक है तो इत्थे की आएगा रैफर किनू कर रहा है दो डिफरेंट परसनस नू रैफर कर रहा है इस करके की है अपना के प्लूरल नाउन यूज़ होएगा ऑप्शन सी की होएगा ये विच अपना करैक्ट होएगा ऑप्शन सी की होएगा करैक्ट होएगा एक्सप्रैसड देयर व्यूज़ करैक्ट सेंटेंस की है ये मिस्टर सॉरी द पार्टी चीफ एंड द चीफ मिनिस्टर दो लिखा हुआ है ना इसका मतलब क्या होंगे दोनों अलग अलग बंदे ने एक्सप्रैसड their views expressed their views on demonetization in India ठीक है दो डिफरेंट पर्सन क्लियर इज दिस क्लियर फोर्थ क्वेश्चन क्लियर है हुण वधिए फिफ्थ वाल फिफ्थ क्वेश्चन हुण की कह रहा सानू क्वेश्चन की कहंदा है द मैनेजर ordered the watchman to let the girls and I go in इत्थे की कह रहा है मैनेजर ने ऑर्डर किया वॉचमैन नू मैनेजर ऑर्डर द वॉचमैन टू लैट द गर्ल्स नू एंड आई गो इन आई किनू रैफर कर रहा है अपने आप नू कर रहा है हुण ऑब्जैक्टिव केस ते नॉमिनेटिव केस जो मैं तुहानूं समझाया सी वो याद करो आई दी जगह की आएगा इत्थे मी की आएगा ऑब्जैक्टिव केस आएगा मैनेजर ने ऑर्डर किया वॉचमैन नू कुड़ियां नू ते मैनू अंदर जान दो एंड आई गो इन मी इत्थे यूज़ की होना चाहिए सी ऑब्जैक्टिव केस ठीक है इत्थे की होना चाहिए सी ऑब्जैक्टिव केस ਇਹਦੇ ਵਿੱਚ ਕੀ ਹੁੰਦੀ है अगर तो अपना वर्ड की है लैट यूज़ हो रहा है एक गल इत्थे याद रखना अगर अपना वर्ड की है लैट ठीक है आफ्टर द वर्ड लैट जो अपना लैट वर्ड यूज़ हो रहा है ना उदों जो प्रनाउन है हुण आए की एक प्रनाउन है मैनेजर ने अपनी जगह इत्थे आए लिखता उदों की हमेशा ऑब्जैक्टिव केस यूज़ होएगा की यूज़ होएगा इत्थे ऑब्जैक्टिव केस इत्थे की यूज़ होएगा ऑब्जैक्टिव केस यूज़ होएगा समझ लग गया ना तो आए दा ऑब्जैक्टिव केस की है मी आए दा ऑब्जैक्टिव केस की है मी
ਜਦੋਂ ਵੀ ਵਰਡ ਕੀ ਹੈ ਲੈਟ ਯੂਜ਼ ਹੋਏਗਾ। ਆਪਣਾ ਆਪਸ਼ਨ 4th ਦੈਟ ਇਜ਼ ਡੀ ਆਪਸ਼ਨ ਕੀ ਹੋ ਜਾਏਗਾ ਇੱਥੇ ਕਰੈਕਟ ਹੋ ਜਾਏਗਾ। ਇਹਨੂੰ ਹੋਰ ਡਿਟੇਲ ਵਿੱਚ ਸਮਝੋ ਇਸ ਰੂਲ ਨੂੰ। ਠੀਕ ਹੈ, ਦੇਖੋ ਜਦੋਂ ਵੀ ਆਪਣਾ ਵਰਡ ਕੀ ਹੈ ਲੈਟ ਹੈ ਤਾਂ ਆਪਣਾ ਪ੍ਰਨਾਉਨ ਹਮੇਸ਼ਾ ਕੀ ਹੈ ਆਬਜੈਕਟਿਵ ਕੇਸ ਦੀ ਤਰ੍ਹਾਂ ਯੂਜ਼ ਹੋਏਗਾ। ਉਸੀ ਤਰ੍ਹਾਂ ਕੀ ਹੈ ਜਦੋਂ ਕਿ ਪ੍ਰੈਪੋਜੀਸ਼ਨਸ ਆਉਂਦੀਆਂ ਜਿੱਦਾਂ ਕਿ ਬਿਟਵੀਨ ਪ੍ਰੈਪੋਜੀਸ਼ਨ, ਐਕਸੈਪਟ ਪ੍ਰੈਪੋਜੀਸ਼ਨ, ਇੱਦਾਂ ਦੀਆਂ ਕੁਝ ਪ੍ਰੈਪੋਜੀਸ਼ਨਸ ਆਉਂਦੀਆਂ ਨੇ ਤਾਂ ਪ੍ਰਨਾਉਨ ਕੀ ਯੂਜ਼ ਹੋਏਗਾ, ਉਦੋਂ ਪ੍ਰਨਾਉਨ ਵੀ ਕੀ ਹੈ ਆਬਜੈਕਟਿਵ ਕੇਸ ਦੀ ਤਰ੍ਹਾਂ ਯੂਜ਼ ਹੋਏਗਾ। ਠੀਕ ਹੈ, ਦੇਖੋ ਬਿਟਵੀਨ ਯੂ ਐਂਡ ਮੀ, ਨਾ ਕਿ ਬਿਟਵੀਨ ਯੂ ਐਂਡ ਆਈ ਨਹੀਂ ਹੋਏਗਾ, ਬਿਟਵੀਨ ਯੂ ਐਂਡ ਮੀ ਹੋਏਗਾ। ਕਲੀਅਰ। ਲੈਟ ਯੂ ਐਂਡ ਮੀ, ਲੈਟ ਯੂਜ਼ ਹੈ, ਲੈਟ ਯੂ ਐਂਡ ਆਈ ਨਹੀਂ ਹੁੰਦਾ, ਲੈਟ ਯੂ ਐਂਡ ਮੀ ਹੁੰਦਾ, ਲੈਟ ਯੂ ਐਂਡ ਮੀ ਹੁੰਦਾ। ਕਲੀਅਰ। ਇਹ ਤਾਂ ਬਹੁਤ ਈਜ਼ੀ ਹੈ। ਲੈਟ ਯੂਜ਼ ਹੋ ਰਿਹਾ ਵਰਡ ਬਿਟਵੀਨ, ਐਕਸੈਪਟ, ਠੀਕ ਹੈ, ਇਹੋ ਜਿਹਾ ਕੁਝ ਪ੍ਰੈਪੋਜੀਸ਼ਨਸ ਯੂਜ਼ ਹੋ ਰਹੀਆਂ ਨੇ ਤਾਂ ਆਪਣਾ ਕੀ ਹੈ ਆਬਜੈਕਟਿਵ ਕੇਸ ਯੂਜ਼ ਹੋਏਗਾ। ਜਿਹੜਾ ਅਗਰ ਕੋਈ ਪ੍ਰਨਾਉਨ ਯੂਜ਼ ਕੀਤਾ ਹੋਇਆ ਹੈ ਹਮੇਸ਼ਾ ਆਬਜੈਕਟਿਵ ਕੇਸ ਦੀ ਤਰ੍ਹਾਂ ਯੂਜ਼ ਹੋਏਗਾ। ਅਗਰ ਆਏ ਦਿੱਤਾ, ਆਏ ਦਾ ਆਬਜੈਕਟਿਵ ਕੇਸ ਕੀ ਹੈ ਮੀ, ਆਪਾਂ ਡਿਸਕਸ ਕਰ ਚੁੱਕੇ ਹਾਂ ਉੱਪਰ ਸਾਰੇ ਆਬਜੈਕਟਿਵ ਕੇਸਿਸ ਤੇ ਨੋਮੀਨੇਟਿਵ ਕੇਸਿਸ। ਠੀਕ ਹੈ, ਵਧੀਆ। ਅੱਗੇ 6th ਕੁਐਸਚਨ, 6th ਕੁਐਸਚਨ ਕੀ ਕਹਿ ਰਿਹਾ, ਹਿਜ਼ ਐਲਡਰ ਸਿਸਟਰ ਇਜ਼ ਮੋਰ ਇੰਟੈਲੀਜੈਂਟ ਦੈਨ ਹਿਮ। ਉਹਦੀ ਐਲਡਰ ਸਿਸਟਰ ਕੀ ਹੈ ਉਹਦੇ ਤੋਂ ਕੀ ਹੈ ਜ਼ਿਆਦਾ ਇੰਟੈਲੀਜੈਂਟ ਹੈ। ਹੁਣ ਫਿਰ ਯਾਦ ਕਰੋ ਆਬਜੈਕਟਿਵ ਕੇਸ ਤੇ ਨੋਮੀਨੇਟਿਵ ਕੇਸ ਲੱਗੇਗਾ। ਹਿਜ਼ ਐਲਡਰ ਸਿਸਟਰ ਇਜ਼ ਮੋਰ ਇੰਟੈਲੀਜੈਂਟ ਦੈਨ ਹਿਮ। ਤੁਸੀਂ ਸਾਰੇ ਇੱਥੇ ਜ਼ਿਆਦਾਤਰ ਬੱਚੇ ਕੀ ਕਹਿਣਗੇ ਕੀ ਹੈ ਨੋ ਐਰਰ, ਸੋਚ ਲਓ ਇੱਕ ਵਾਰੀ। ਠੀਕ ਹੈ, ਹੁਣ ਇੱਥੇ ਹਿਮ ਕੀ ਯੂਜ਼ ਹੋ ਰਿਹਾ ਹੈ ਪ੍ਰਨਾਉਨ ਹੈ। ਹਿਮ ਕਿਹਨੂੰ ਰੈਫਰ ਕਰ ਰਿਹਾ, ਹਿਜ਼ ਨੂੰ ਰੈਫਰ ਕਰ ਰਿਹਾ ਨਾ, ਤੇ ਮਤਲਬ ਹੈ ਹਿਮ ਕੀ ਹੈ ਇੱਕ ਪ੍ਰਨਾਉਨ ਹੈ। ਠੀਕ ਹੈ, ਹੁਣ ਪ੍ਰਨਾਉਨ ਦੇ ਕੇਸ ਵਿੱਚ ਕੀ ਹੁੰਦਾ ਹੈ ਅਗਰ ਵਰਡ ਕੀ ਹੈ ਦੈਨ, ਇੱਥੇ ਕੀ ਯੂਜ਼ ਹੋ ਰਿਹਾ ਦੈਨ। ਠੀਕ ਹੈ, ਦੈਨ ਯੂਜ਼ ਹੋ ਰਿਹਾ ਨਾ, ਤੇ ਇੱਥੇ ਹਿਮ ਦੀ ਜਗ੍ਹਾ ਕੀ ਹੋਏਗਾ ਸਬਜੈਕਟਿਵ ਕੇਸ, ਨੋਮੀਨੇਟਿਵ ਕੇਸ ਯੂਜ਼ ਹੋਏਗਾ। ਕੀ ਯੂਜ਼ ਹੋਏਗਾ ਨੋਮੀਨੇਟਿਵ ਕੇਸ। ਇਹ ਬਹੁਤ ਇੰਪੋਰਟੈਂਟ ਹੈ, ਬਹੁਤ ਵਾਰੀ ਆਉਂਦਾ ਹੈ, ਧਿਆਨ ਨਾਲ ਦੇਖਣਾ। ਦੈਨ ਯੂਜ਼ ਹੋ ਰਿਹਾ ਵਾ, ਦੈਨ ਤੋਂ ਬਾਅਦ ਕੀ ਆ ਹਮੇਸ਼ਾ ਸਬਜੈਕਟਿਵ ਕੇਸ ਯੂਜ਼ ਹੁੰਦਾ ਵਾ। ਹਿਮ ਕਿਹਦਾ ਆਬਜੈਕਟਿਵ ਸੀਗਾ, ਹੀ ਦਾ ਆਬਜੈਕਟਿਵ ਕੀ ਸੀ ਹਿਮ, ਤੇ ਇੱਥੇ ਕੀ ਆਏਗਾ ਦੈਨ ਹੀ ਆਏਗਾ। ਦੇਖੋ ਧਿਆਨ ਨਾਲ ਸੁਣੋ। ਹੁਣ ਕੀ ਅਗਰ ਵਰਡ ਕੀ ਹੈ ਦੈਨ ਯੂਜ਼ ਹੋ ਰਿਹਾ, ਦੈਨ ਯੂਜ਼ ਹੋ ਰਿਹਾ, ਠੀਕ ਹੈ, ਉਹਦੇ ਤੋਂ ਬਾਅਦ ਜਿਹੜਾ ਪ੍ਰਨਾਉਨ ਯੂਜ਼ ਹੋਏਗਾ ਨਾ ਉਹ ਹਮੇਸ਼ਾ ਕੀ ਹੋਏਗਾ ਸਬਜੈਕਟਿਵ ਕੇਸ, ਨਾ ਕਿ ਆਬਜੈਕਟਿਵ ਕੇਸ ਕੀ ਉਹ ਨਹੀਂ ਹੋਏਗਾ। ਹਿਮ ਕੀ ਇੱਕ ਆਬਜੈਕਟਿਵ ਕੇਸ ਹੈ ਤੇ ਹਿਮ ਦੀ ਜਗ੍ਹਾ ਕੀ ਹੋਣਾ ਚਾਹੀਦਾ ਸੀ ਆਪਣਾ ਹੀ ਹੋਣਾ ਚਾਹੀਦਾ ਸੀ। ਹਿਜ਼ ਐਲਡਰ ਸਿਸਟਰ ਇਜ਼ ਮੋਰ ਇੰਟੈਲੀਜੈਂਟ ਦੈਨ ਹੀ। ਇਹੀ ਚੀਜ਼ਾਂ ਕੀ ਹੈ ਪੇਪਰ 'ਚ ਆਉਂਦੀਆਂ ਨੇ ਤੇ ਸਾਨੂੰ ਕੀ ਇਹ ਚੀਜ਼ ਯਾਦ ਨਹੀਂ ਰਹਿੰਦੀ, ਨਹੀਂ ਰਹਿੰਦੀ ਨਾ ਚੀਜ਼। ਐਗਰੀ ਕਰਦੇ ਹੋ ਇਸ ਚੀਜ਼ ਨਾਲ ਕਿ ਯਾਦ ਨਹੀਂ ਰਹਿੰਦਾ ਇਹ ਸਭ ਚੀਜ਼ਾਂ। ਹੁਣ ਯਾਦ ਰਹੂਗਾ ਦੈਨ ਤੋਂ ਵਰਡ ਦੈਨ ਹੈ, ਬਾਅਦ ਵਿੱਚ ਕੀ ਹੈ ਪ੍ਰਨਾਉਨ ਹੈ, ਪ੍ਰਨਾਉਨ ਦਾ ਕੇਸ ਹੋਣਾ ਚਾਹੀਦਾ ਸੀ ਸਬਜੈਕਟਿਵ ਜਾਂ ਫਿਰ ਨੋਮੀਨੇਟਿਵ। ਸਬਜੈਕਟਿਵ ਨੋਮੀਨੇਟਿਵ ਸੇਮ ਚੀਜ਼ ਹੁੰਦੀ ਆ। ਯੂਜ਼ ਕੀ ਕੀਤਾ ਹੋਇਆ ਆਬਜੈਕਟਿਵ। ਹਿਮ ਦਾ ਸਬਜੈਕਟਿਵ ਕੀ ਹੁੰਦਾ ਹੀ, ਠੀਕ ਹੈ, ਹਿਮ ਦਾ ਸਬਜੈਕਟਿਵ ਕੀ ਹੁੰਦਾ ਹੀ। ਆਏ ਕੀ ਹੈ ਸਬਜੈਕਟਿਵ, ਮੀ ਕੀ ਹੈ ਆਬਜੈਕਟਿਵ। ਆਪਸ਼ਨ 4 ਕੀ ਹੋ ਜਾਏਗਾ ਆਪਣਾ ਕਰੈਕਟ ਹੋ ਜਾਏਗਾ। ਸੈਂਟੈਂਸ ਕਲੀਅਰ ਹੈ। ਅਗਰ ਇਹੀ ਚੀਜ਼ ਦੈਨ ਤੋਂ ਪਹਿਲੇ ਅਗਰ ਕੋਈ ਪ੍ਰਨਾਉਨ ਯੂਜ਼ ਹੁੰਦਾ ਤਾਂ ਵੀ ਸੇਮ ਚੀਜ਼ ਹੋਣੀ ਸੀਗੀ। ਅਗਰ ਦੈਨ ਤੋਂ ਪਹਿਲੇ ਵੀ ਅਗਰ ਕੋਈ ਪ੍ਰਨਾਉਨ ਯੂਜ਼ ਹੁੰਦਾ ਨਾ, ਸਪੋਜ਼ ਕਰਦੇ ਦੈਨ ਤੋਂ ਪਹਿਲੇ ਵੀ ਕੋਈ ਪ੍ਰਨਾਉਨ ਯੂਜ਼ ਹੋ ਰਿਹਾ ਹੋਵੇ, ਠੀਕ ਹੈ, ਚਾਹੇ ਇਹਦੀ ਸਿਸਟਰ ਲਈ ਹੈ ਹਿਜ਼ ਐਲਡਰ ਸਿਸਟਰ ਇਜ਼ ਮੋਰ ਇੰਟੈਲੀਜੈਂਟ, ਇੱਥੇ ਅਗਰ ਕੋਈ ਪ੍ਰਨਾਉਨ ਯੂਜ਼ ਹੁੰਦਾ ਤਾਂ ਉੱਥੇ ਕੀ ਆਪਣਾ ਨੋਮੀਨੇਟਿਵ ਕੇਸ ਯੂਜ਼ ਹੋਣਾ ਸੀ, ਨਾ ਕਿ ਆਬਜੈਕਟਿਵ ਕੇਸ। ਕਲੀਅਰ। ਇਜ਼ ਦ ਰੂਲ ਕਲੀਅਰ। 6th ਕੁਐਸਚਨ ਦਾ ਰੂਲ ਕਲੀਅਰ ਹੈ। ਪੀਪੀਟੀ 'ਚ ਪ੍ਰੋਪਰ ਡਿਸਕ੍ਰਿਪਸ਼ਨ ਦਿੱਤੀ ਹੋਏਗੀ, ਟੈਨਸ਼ਨ ਨਹੀਂ ਲੈਣੀ। ਵਧੀਆ। ਅੱਗੇ 7th ਕੁਐਸਚਨ ਵਾ। 7th ਕੁਐਸਚਨ ਹੁਣ ਕੀ ਕਹਿ ਰਿਹਾ ਆਪਾਂ ਨੂੰ, ਦ ਮੈਨੇਜਰ ਐਜ਼ ਵੈਲ ਐਜ਼ ਦ ਕਲਰਕਸ ਐਬਸੈਂਟ ਦੈਮਸੈਲਫ ਯੈਸਟਰਡੇ। ਮੈਨੇਜਰ ਤੇ ਕਲਰਕ ਸਭ ਨੇ ਕੀ ਆਪਣੇ ਆਪ ਨੂੰ ਕੀ ਹੈ ਐਬਸੈਂਟ ਕੀਤਾ ਇੱਕ ਦਿਨ ਪਹਿਲੇ। ਯੈਸਟਰਡੇ ਕੀ ਹੈ ਇੱਕ ਦਿਨ ਪਹਿਲੇ। ਹੁਣ ਇੱਥੇ ਕੀ ਹੈ ਕੰਪੈਰੀਜ਼ਨ ਯੂਜ਼ ਹੋ ਰਿਹਾ ਨਾ, ਐਜ਼ ਵੈਲ ਐਜ਼ ਕੀ ਹੈ ਇੱਕ ਕੰਪੈਰੀਜ਼ਨ ਹੈ। ਦੋ ਨਾਊਨਸ ਦੇ ਵਿੱਚ ਕੀ ਹੈ ਇੱਕ ਕੀ ਹੈ ਕੰਪੈਰੀਜ਼ਨ ਹੈ, ਤੇ ਉਹਦੇ ਨਾਲ ਪ੍ਰਨਾਉਨ ਕਿਹੜਾ ਆਉਣਾ ਚਾਹੀਦਾ ਵਾ, ਜਿਹੜਾ ਪ੍ਰਨਾਉਨ ਹੋਣਾ ਚਾਹੀਦਾ ਨਾ ਉਹ
ਫਸਟ ਸਬਜੈਕਟ ਦੇ ਨਾਲ ਐਗਰੀ ਕਰਨਾ ਚਾਹੀਦਾ ਹੈ। ਕਿਹਦੇ ਨਾਲ ਐਗਰੀ ਕਰਨਾ ਚਾਹੀਦਾ ਹੈ? ਫਸਟ ਸਬਜੈਕਟ ਦੇ ਨਾਲ। ਸਮਝ ਲੱਗ ਰਿਹਾ ਹੈ? ਇਹ ਦੋਨੋਂ ਕੀ ਹੈ? ਨਾउन ਨੇ। ਐਜ਼ ਵੈਲ ਐਜ਼ ਕੀ ਹੈ? ਇੱਕ ਕੰਪੈਰੀਜ਼ਨ ਦੀ ਤਰ੍ਹਾਂ ਯੂਜ਼ ਹੋ ਰਿਹਾ ਵਾ। ਕੰਪੈਰੀਜ਼ਨ ਤੇ ਜ਼ਰੂਰ ਯੂਜ਼ ਹੋ ਰਿਹਾ। ਦੈਮਸੈਲਵਸ ਕੀ ਹੈ? ਦੈਮਸੈਲਵਸ ਕਿਹਨੂੰ ਰੈਫਰ ਕਰ ਰਿਹਾ? ਮੈਨੇਜਰ ਤੇ ਕਲਰਕ ਦੋਨਾਂ ਨੂੰ ਰੈਫਰ ਕਰ ਰਿਹਾ ਵਾ। ਕਲਰਕਸ ਨੂੰ, ਸੌਰੀ ਮੈਨੇਜਰ ਤੇ ਇੱਕ ਸਿੰਗੂਲਰ ਨਾउन ਹੈ। ਕਲਰਕਸ ਕੀ ਹੈ? ਮਤਲਬ ਬਹੁਤ ਜ਼ਿਆਦਾ ਕਲਰਕਸ। ਦੈਮਸੈਲਵਸ ਕਿਹਨੂੰ ਹੈ? ਸੈਲਫਸ ਹੈ। ਅਗਰ ਇੱਥੇ ਕੀ ਹੁੰਦਾ? ਦੈਮ ਸੈਲਫ। ਇਹ ਕੀ ਹੈ? ਥਰਡ ਪਰਸਨ, ਬਹੁਤ ਜ਼ਿਆਦਾ ਬੰਦਿਆਂ ਨੂੰ ਆਪਾਂ ਯੂਜ਼ ਕਰਦੇ ਹਾਂ। ਠੀਕ ਹੈ, ਇਹ ਕਿਹਨੂੰ ਰੈਫਰ ਕਰ ਰਿਹਾ ਵਾ? ਕਲਰਕਸ ਨੂੰ। ਦੈਮਸੈਲਵਸ, ਐਬਸੈਂਟ ਦੈਮਸੈਲਵਸ। ਪਰ ਇੱਥੇ ਜਿਹੜਾ ਆਪਣਾ ਪ੍ਰੋਨਾਊਨ ਹੈ ਨਾ, ਉਹ ਕੀ ਯੂਜ਼ ਹੋਣਾ ਚਾਹੀਦਾ ਸੀ? ਮੈਨੇਜਰ। ਫਸਟ ਨਾउन ਦੇ ਨਾਲ ਐਗਰੀ ਕਰਨਾ ਚਾਹੀਦਾ ਹੈ। ਜਿਹੜਾ ਪ੍ਰੋਨਾਊਨ ਹੈ ਉਹ ਫਸਟ ਨਾउन ਦੇ ਨਾਲ ਕੀ ਹੈ? ਐਗਰੀ ਕਰਨਾ ਚਾਹੀਦਾ ਹੈ, ਫਸਟ ਨਾउन ਨਾਲ। ਮਤਲਬ ਕੀ ਹੋ ਜਾਂਦਾ? ਪਹਿਲਾ ਨਾउन ਕੀ ਆਪਣਾ? ਪਹਿਲਾ ਸਬਜੈਕਟ ਹੈ। ਦੋ ਨਾउन्स, ਉਹਨਾਂ ਵਿੱਚ ਜਦੋਂ ਕੰਪੈਰੀਜ਼ਨ ਹੋ ਰਿਹਾ ਹੈ, ਜਿੱਦਾਂ ਕਿ ਵਰਡਸ ਐਜ਼ ਵੈਲ ਐਜ਼ ਯੂਜ਼ ਹੋ ਰਿਹਾ ਹੈ, ਐਜ਼ ਯੂਜ਼ ਹੋ ਰਿਹਾ ਹੈ, ਐਜ਼ ਐਂਡ ਦੈਨ। ਠੀਕ ਹੈ, ਕੰਪੈਰੀਜ਼ਨ ਯੂਜ਼ ਹੋ ਰਿਹਾ ਹੈ, ਅਤੇ ਜਿਹੜਾ ਪ੍ਰੋਨਾउन ਯੂਜ਼ ਕਰਾਂਗੇ ਆਪਾਂ ਉਹ ਫਸਟ ਸਬਜੈਕਟ ਨਾਲ ਕਰਨਾ ਚਾਹੀਦਾ ਹੈ। ਅਤੇ ਦੈਮਸੈਲਫ ਦੀ ਜਗ੍ਹਾ ਕੀ ਆ ਜਾਏਗਾ? ਮੈਨੇਜਰ ਕੀ ਹੈ? ਇੱਕੋ ਹੀ ਹੈ ਨਾ, ਮੈਨੇਜਰ ਇੱਕੋ ਹੀ ਹੈ, ਕਲਰਕਸ ਜ਼ਿਆਦਾ ਨੇ। ਇੱਕ ਬੰਦੇ ਲਈ ਆਪਾਂ ਕੀ ਯੂਜ਼ ਕਰਾਂਗੇ? ਹਿਮ ਸੈਲਫ। ਕੀ ਯੂਜ਼ ਕਰਾਂਗੇ ਆਪਾਂ? ਹਿਮ ਸੈਲਫ। ਕਰੈਕਟ ਕੀ ਹੋ ਜਾਏਗਾ? ਇਹਦੇ 'ਚ ਕੀ ਹੈ? ਐਰਰ ਕਿਹੜੇ ਸੈਂਟੈਂਸ ਵਿੱਚ ਹੈ? ਫੋਰਥ ਸੈਂਟੈਂਸ ਵਿੱਚ। ਡੀ ਆਪਸ਼ਨ ਕੀ ਹੈ? ਕਰੈਕਟ। ਕਰੈਕਟ ਸੈਂਟੈਂਸ ਕੀ ਹੋ ਜਾਏਗਾ? ਦ ਮੈਨੇਜਰ ਐਜ਼ ਵੈਲ ਐਜ਼ ਦ ਕਲਰਕਸ ਐਬਸੈਂਟਡ ਹਿਮਸੈਲਫ ਯੈਸਟਰਡੇ। ਹਿਮਸੈਲਫ ਕਿਉਂ ਆਇਆ? ਕਲੀਅਰ ਹੈ। ਪ੍ਰੋਨਾउंस ਦੇ ਨਾਲ ਰਿਲੇਟਡ ਇੰਨੇ ਐਰਰਸ ਆਉਂਦੇ ਪੇਪਰਸ, ਤੇ ਅਸੀਂ ਕੀ ਆ ਉੱਥੇ ਹੀ ਕੀ ਹੈ? ਮਾਰ ਖਾ ਜਾਂਦੇ ਹਾਂ। ਉੱਥੇ ਹੀ ਖਾ ਜਾਂਦੇ ਹਾਂ ਨਾ ਆਪਾਂ ਮਾਰ। ਵਧੀਆ ਅੱਗੇ ਹੁਣ ਇਜ਼ ਦਿਸ ਕਲੀਅਰ? ਓਵਰਫਲੋ ਅਗਰ ਚੀਜ਼ ਕਰ ਰਹੀ ਹੈ ਤਾਂ ਆਪਾਂ ਅੱਜ ਕੁਐਸਚਨਸ ਘੱਟ ਡਿਸਕਸ ਕਰ ਲਵਾਂਗੇ। ਤੁਸੀਂ ਦੱਸ ਦੇਣਾ, ਠੀਕ ਹੈ। ਮੈਨੂੰ ਅਗਰ ਲੱਗੇਗਾ ਕਿ ਬਹੁਤ ਜ਼ਿਆਦਾ ਹੋ ਰਹੇ ਨੇ ਤਾਂ ਮੈਂ ਕੀ ਹੈ ਉੱਥੇ ਤੁਹਾਡਾ ਲੈਕਚਰ ਅੱਜ ਖਤਮ ਕਰ ਦੇਵਾਂਗੀ। ਆਪਾਂ ਕੀ ਹੈ ਨੈਕਸਟ ਲੈਕਚਰ 'ਚ ਦੁਬਾਰਾ ਤੁਹਾਨੂੰ ਉੱਥੋਂ ਦੀ ਸ਼ੁਰੂਆਤ ਕਰਵਾ ਦਾਂਗੇ। ਇਹ ਸਮਝ ਲੱਗ ਗਿਆ ਨਾ? ਦੈਮਸੈਲਫ ਦੀ ਜਗ੍ਹਾ ਕੀ ਆਏਗਾ? ਹਿਮਸੈਲਫ ਆਏਗਾ। ਕਿਉਂ? ਕਿਉਂਕਿ ਦੋ ਨਾउन्स ਨੇ, ਇੱਕ ਉਹਨਾਂ ਵਿੱਚ ਕੰਪੈਰੀਜ਼ਨ ਹੋ ਰਿਹਾ ਹੋਇਆ, ਅਤੇ ਜਿਹੜਾ ਉਹਦੇ ਵਿੱਚ ਪ੍ਰੋਨਾउन ਯੂਜ਼ ਹੋਏਗਾ ਉਹ ਕੀ ਹੈ? ਆਪਣੇ ਪਹਿਲੇ ਸਬਜੈਕਟ ਦੇ ਨਾਲ ਐਗਰੀ ਕਰਨਾ ਚਾਹੀਦਾ। ਪਹਿਲਾ ਸਬਜੈਕਟ ਕੀ ਹੈ? ਸਿੰਗੂਲਰ ਹੈ, ਉੱਪਰੋਂ ਮੈਨੇਜਰ ਹੈ, ਤਾਂ ਉੱਥੇ ਹਿਮਸੈਲਫ ਆਊਗਾ। ਕਰੈਕਟ। ਵਧੀਆ। 8th ਕੁਐਸਚਨ 1, ਐਵਰੀ ਬॉय ਐਂਡ ਐਵਰੀ ਗਰਲ ਵਿਲ ਡੂ ਹਿਜ਼ ਬੈਸਟ ਟੂ ਪਾਸ ਦ ਐਗਜ਼ਾਮ। ਹਰ ਮੁੰਡਾ ਅਤੇ ਹਰ ਕੁੜੀ ਆਪਣਾ ਬੈਸਟ ਦੇਵੇਗਾ ਐਗਜ਼ਾਮ ਕੱਢਣ ਨੂੰ। ਠੀਕ ਹੈ। ਹੁਣ ਇੱਥੇ ਕੀ ਹੈ? ਬॉय ਅਤੇ ਗਰਲ ਕੀ ਹੈ? ਨਾउन्स ਨੇ। ਜਦੋਂ ਦੋ ਨਾउन ਹੈ, ਐਂਡ ਦੇ ਨਾਲ ਜੁਆਇਨ ਹੈ, ਅਤੇ ਉਹਨਾਂ ਦੇ ਅੱਗੇ ਕੀ ਹੈ? ਐਵਰੀ ਯੂਜ਼ ਹੋ ਰਿਹਾ ਜਾਂ ਫਿਰ ਈਚ ਯੂਜ਼ ਹੋ ਰਿਹਾ। ਠੀਕ ਹੈ। ਤਾਂ ਜਿਹੜਾ ਪ੍ਰੋਨਾउन ਯੂਜ਼ ਹੋਏਗਾ ਉਹ ਕੀ ਹੋਣਾ ਚਾਹੀਦਾ ਹੈ? ਸਿੰਗੂਲਰ ਹੋਣਾ ਚਾਹੀਦਾ। ਅਤੇ ਉਹਦਾ ਜੈਂਡਰ ਕੀ ਹੋਏਗਾ? ਜੋ ਸੈਕਿੰਡ ਸਬਜੈਕਟ ਦਾ ਜੈਂਡਰ ਹੋਏਗਾ। ਜੋ ਕੀ ਹੈ? ਇਹ ਕੀ ਹੈ? ਸੈਕਿੰਡ ਸਬਜੈਕਟ ਹੈ ਨਾ, ਦੂਸਰੇ ਬੰਦੇ ਇਹਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਨਾਲ ਐਗਰੀ ਕਰੇਗਾ। ਇਹਦੇ 'ਚ ਵੀ ਆਪਾਂ ਮਾਰ ਖਾ ਜਾਂਦੇ ਹਾਂ। ਦੋਨੋਂ ਕੀ ਹੈ? ਨਾउन ਹੈ, ਅਤੇ ਉੱਪਰੋਂ ਇਹਨਾਂ ਦੇ ਅੱਗੇ ਕੀ ਹੈ? ਜਾਂ ਈਚ ਯੂਜ਼ ਹੋਣਾ ਚਾਹੀਦਾ ਜਾਂ ਐਵਰੀ ਯੂਜ਼ ਹੋਣਾ ਚਾਹੀਦਾ। ਕੁਛ ਵੀ, ਦੋਨਾਂ 'ਚੋਂ ਕੋਈ ਵੀ ਵਰਡ ਆਵੇ। ਅਤੇ ਜਿਹੜਾ ਪ੍ਰੋਨਾउन ਹੈ, ਅਤੇ ਪ੍ਰੋਨਾउन ਕੀ ਹੈ? ਹਿਜ਼ ਯੂਜ਼ ਹੋ ਰਿਹਾ ਹੋਇਆ। ਜਿਹੜਾ ਇਹ ਪ੍ਰੋਨਾउन ਹੈ ਨਾ, ਸੈਕਿੰਡ ਦੇ ਨਾਲ ਐਗਰੀ ਕਰਨਾ ਚਾਹੀਦਾ। ਕਿਹਦੇ ਨਾਲ ਐਗਰੀ ਕਰਨਾ ਚਾਹੀਦਾ? ਸੈਕਿੰਡ ਸਬਜੈਕਟ ਨਾਲ। ਸੈਕਿੰਡ ਸਬਜੈਕਟ ਕੀ ਹੈ? ਗਰਲ। ਗਰਲ ਦੀ ਆਪਾਂ ਹਿਜ਼ ਲਿਖਾਂਗੇ ਕਿ ਹਰ ਲਿਖਾਂਗੇ? ਹਰ ਲਿਖਾਂਗੇ। ਹਰ ਬੈਸਟ। ਸੀ ਆਪਸ਼ਨ ਕੀ ਹੋਏਗਾ ਇਹਦੇ 'ਚ? ਕਰੈਕਟ। ਹੁਣ ਐਵਰੀ ਬॉय ਐਂਡ ਐਵਰੀ ਗਰਲ ਵਿਲ ਡੂ ਹਿਜ਼ ਬੈਸਟ, ਵਿਲ ਡੂ ਹਰ ਬੈਸਟ ਟੂ ਪਾਸ ਦ ਐਗਜ਼ਾਮ। ਪਤਾ ਮੈਨੂੰ ਕਨਫਿਊਜ਼ਨ ਹੈ, ਬਹੁਤ ਕੁਛ ਹੈ, ਪਰ ਰਿਵੀਜ਼ਨ ਦੇ ਨਾਲ ਕੀ ਕਨਫਿਊਜ਼ਨਸ ਦੂਰ ਹੁੰਦੀਆਂ ਜਾਣਗੀਆਂ। ਅਗਰ ਇਹੀ ਸੈਂਟੈਂਸ ਸਪੋਜ਼ ਕਰੋ ਹੁੰਦਾ ਐਵਰੀ ਗਰਲ ਐਂਡ ਐਵਰੀ ਬॉय, ਐਵਰੀ ਗਰਲ ਐਂਡ ਐਵਰੀ ਬॉय ਵਿਲ ਡੂ ਹਿਜ਼ ਬੈਸਟ ਟੂ ਪਾਸ ਦ ਐਗਜ਼ਾਮ, ਤਾਂ ਆਪਣਾ ਆਨਸਰ ਕੀ ਹੋ ਜਾਂਦਾ? ਨੋ ਐਰਰ। ਕਿਉਂ? ਕਿਉਂਕਿ ਪ੍ਰੋਨਾउन ਕੀ ਹੈ? ਸੈਕਿੰਡ ਬॉय ਹੈ, ਅਤੇ ਉਹਦੇ ਨਾਲ ਕੀ ਹੈ? ਠੀਕ ਚੱਲ ਰਿਹਾ। ਬਿਲਕੁਲ ਕੀ ਹੈ? ਕਰੈਕਟ ਹੈ। ਪਰ ਹੁਣ ਇੱਥੇ ਕੁਐਸਚਨ 'ਚ ਕੀ ਹੈ? ਐਵਰੀ ਬॉय ਐਂਡ ਐਵਰੀ ਗਰਲ, ਤਾਂ ਪ੍ਰੋਨਾउन ਕੀ ਹੈ? ਗਰਲ ਸੈਕਿੰਡ ਹੈ, ਅਤੇ ਇੱਥੇ ਆਉਣਾ ਚਾਹੀਦਾ ਸੀ ਹਰ ਬੈਸਟ। ਕਲੀਅਰ? ਕੋਈ ਡਾਊਟ? ਬਿਲਕੁਲ ਕਲੀਅਰ ਹੈ ਨਾ? ਟੈਨਸ਼ਨ ਨਹੀਂ ਲੈਣੀ ਕਿ ਇੰਨਾ ਯਾਦ ਕਿਵੇਂ ਕਰਾਂਗੇ। ਰਿਵੀਜ਼ਨ ਦੇ ਨਾਲ ਸਭ ਯਾਦ ਹੁੰਦਾ। ਮੈਂ ਵੀ ਯਾਦ ਕੀਤੇ ਸੀ ਜਦੋਂ ਮੇਰਾ ਟਾਈਮ ਸੀਗਾ, ਜਦੋਂ ਮੈਂ ਤਿਆਰੀ ਕਰਦੀ ਹੁੰਦੀ ਸੀ, ਉਦੋਂ ਸਭ ਯਾਦ ਕਰਦੇ ਨੇ। ਇਹ ਸਭ ਕੀ ਹੁੰਦਾ? ਪ੍ਰੈਕਟਿਸ ਵਿਦ ਲੋਟਸ ਆਫ ਪ੍ਰੈਕਟਿਸ। ਇੱਕ ਵਾਰੀ ਰੂਲਸ ਤੁਹਾਨੂੰ ਆ ਗਏ, ਪ੍ਰੈਕਟਿਸ ਤੁਸੀਂ ਕਰ ਲਈ,
ਬੈਸਟ ਹੋ ਜਾਏ। ਇੱਕ ਵਾਰੀ ਤੁਹਾਡੀ ਗ੍ਰਾਮਰ ਹੋ ਜਾਏਗੀ ਨਾ, ਉਸ ਤੋਂ ਬਾਅਦ ਮੈਂ ਤੁਹਾਨੂੰ ਪ੍ਰੈਕਟਿਸ ਵੀ ਕਰਵਾਵਾਂਗੀ, ਚੰਗੀ ਤਰ੍ਹਾਂ ਪ੍ਰੈਕਟਿਸ ਕਰਾਵਾਂਗੀ। ਹੁਣ ਤਾਂ ਮੈਂ 5-6 ਕੁਐਸਚਨ ਦੇ ਦਿੰਦੀ ਹਾਂ ਐਂਡ ਵਿੱਚ, ਠੀਕ ਹੈ। ਉਸ ਤੋਂ ਬਾਅਦ ਕੀ ਆਪਾਂ ਪ੍ਰੈਕਟਿਸ ਵੀ ਕਰਾਂਗੇ। ਹੁਣ ਨੈਕਸਟ, ਨਨ ਆਫ these two officers has been looking after his department well। ਨਨ ਆਫ these two officers, 2 ਆਫਿਸਰਸ ਦੀ ਗੱਲ ਹੋ ਰਹੀ ਹੈ ਅਤੇ ਉਹ ਕੀ ਹੈ, ਡਿਪਾਰਟਮੈਂਟ ਵੱਲ ਆਪਣਾ ਧਿਆਨ ਨਹੀਂ ਦੇ ਰਹੇ। ਹੁਣ ਪਹਿਲੀ ਗੱਲ ਤਾਂ ਯੂਜ਼ 2 ਬੰਦਿਆਂ ਦੀ ਗੱਲ ਹੋ ਰਹੀ ਹੈ ਇੱਥੇ, ਇਹ ਯਾਦ ਰੱਖਣਾ ਕੀ ਗੱਲ ਹੋ ਰਹੀ ਹੈ, 2 ਬੰਦਿਆਂ ਦੀ ਗੱਲ ਹੋ ਰਹੀ ਹੈ। ਜਦੋਂ ਵੀ ਕੀ ਹੈ 2 ਬੰਦਿਆਂ ਦੀ ਗੱਲ ਹੋ ਰਹੀ ਹੁੰਦੀ ਹੈ, ਨਨ ਨਹੀਂ ਯੂਜ਼ ਹੁੰਦਾ। ਕੀ ਯੂਜ਼ ਹੁੰਦਾ ਹੈ, ਨਾਈਦਰ। ਨਨ ਕਦੋਂ ਯੂਜ਼ ਹੁੰਦਾ ਹੈ, ਜਦੋਂ 2 ਤੋਂ ਜ਼ਿਆਦਾ ਦੀ ਗੱਲ ਹੋ ਰਹੀ ਹੁੰਦੀ ਹੈ। ਅਗਰ ਨਨ ਆਫ these ਆਫਿਸਰਸ ਹੁੰਦਾ ਨਾ, 2 ਇੱਥੇ ਨਹੀਂ ਲਿਖਿਆ ਹੁੰਦਾ ਤਾਂ ਸੈਂਟੈਂਸ ਕੀ ਹੋ ਜਾਣਾ ਸੀ, ਨੋ ਐਰਰ। ਹੁਣ ਇੱਥੇ 2 ਆਫਿਸਰਸ ਹੈ, 2 ਬੰਦਿਆਂ ਦੇ ਵਿੱਚ ਕੰਪੈਰੀਜ਼ਨ ਹੈ, 2 ਬੰਦਿਆਂ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਨਨ ਨਹੀਂ ਹੋਣਾ ਸੀ, ਨਾਈਦਰ। ਨਾਈਦਰ ਆਫ these two officers has been looking after his department well। ਇੱਦਾਂ ਹੀ ਕੇਸ ਕੀ ਹੈ, ਈਚ ਦਾ। ਈਚ ਅਤੇ ਆਈਦਰ ਦਾ ਸੇਮ ਕੇਸ ਹੈ। ਜਦੋਂ ਈਚ ਯੂਜ਼ ਹੁੰਦਾ, ਈਚ ਕਦੋਂ ਯੂਜ਼ ਹੁੰਦਾ ਵਾ, ਈਚ ਕਦੋਂ ਯੂਜ਼ ਹੁੰਦਾ ਹੈ, 2 ਤੋਂ ਜਦੋਂ ਜ਼ਿਆਦਾ ਦੀ ਗੱਲ ਹੁੰਦੀ ਹੈ ਨਾ, ਉਦੋਂ ਈਚ ਯੂਜ਼ ਹੁੰਦਾ ਹੈ। ਆਈਦਰ ਕਦੋਂ ਯੂਜ਼ ਹੁੰਦਾ ਹੈ, ਜਦੋਂ 2 ਪਰਸਨਸ ਦੀ ਗੱਲ ਹੁੰਦੀ ਹੈ। ਆਈਦਰ ਆਫ ਦੈਮ, ਆਈਦਰ 2 ਆਫ ਦੈਮ, ਆਈਦਰ 2 ਆਫ ਦੈਮ, ਈਚ ਆਫ ਦ ਬॉयज़ ਇਨ ਦ ਕਲਾਸ, ਠੀਕ ਹੈ, ਠੀਕ ਹੈ। ਆਈਦਰ ਆਫ ਦ 2 ਬॉयज़ ਹੁੰਦਾ ਹੈ, ਈਚ ਆਫ these boys in the class। ਸਮਝ ਲੱਗ ਗਿਆ, ਈਚ ਔਰ ਆਈਦਰ, ਨਨ ਔਰ ਨਾਈਦਰ, ਸਮਝ ਲੱਗ ਗਈ ਦੋਨੋਂ, ਈਚ ਔਰ ਆਈਦਰ, ਨਨ ਔਰ ਨਾਈਦਰ। ਹੁਣ ਇਹਦਾ ਕਰੈਕਟ ਕੀ ਹੋਏਗਾ, ਆਪਣਾ ਏ ਆਪਸ਼ਨ। ਕਿਉਂ, ਨਨ ਨਹੀਂ ਨਾਈਦਰ ਹੋਣਾ ਚਾਹੀਦਾ ਸੀ। ਇਹ ਤਾਂ ਈਜ਼ੀ ਹੈ ਨਾ, 2 ਦੀ ਗੱਲ ਹੋ ਰਹੀ ਹੈ, ਜਿੱਥੇ 2 ਦੀ ਗੱਲ ਹੋ ਰਹੀ ਹੈ ਜਾਂ ਨਾਈਦਰ ਹੋਏਗਾ, ਅਗਰ ਨਨ ਹੈ ਤਾਂ ਨਾਈਦਰ ਹੋ ਜਾਏਗਾ, ਅਗਰ ਈਚ ਹੈ ਤਾਂ ਆਈਦਰ ਹੋ ਜਾਏਗਾ। 2 ਤੋਂ ਵੱਧ ਹੈ, ਨਨ ਜਾਂ ਫਿਰ ਈਚ, ਅਕੋਰਡਿੰਗ ਟੂ ਕੁਐਸਚਨ। ਹੁਣ ਇੱਥੇ ਨਨ ਆਫ these ਆਫਿਸਰਸ ਹੁੰਦਾ ਤਾਂ ਨੋ ਐਰਰ ਹੋ ਜਾਣਾ ਸੀ। ਰੂਲ ਕਲੀਅਰ, ਬਿਲਕੁਲ ਕਲੀਅਰ ਹੈ, ਵਧੀਆ। ਅੱਗੇ ਚਲੋ। ਹੁਣ ਨੈਕਸਟ, ਨਾਈਦਰ ਦ ਸਟੂਡੈਂਟਸ ਨੋਰ ਦ ਟੀਚਰ ਵਾਜ਼ ਇਨ ਦੇਅਰ ਕਲਾਸ। ਨਾਈਦਰ ਦ ਸਟੂਡੈਂਟਸ, ਨਾ ਹੀ ਬੱਚੇ ਅਤੇ ਨਾ ਹੀ ਟੀਚਰ ਕਲਾਸ ਵਿੱਚ ਸੀਗੇ। ਹੁਣ ਇਹ ਕੀ ਹੈ, ਨਾਈਦਰ ਅਤੇ ਨੋਰ ਨਾਲ ਸੈਂਟੈਂਸ ਆ ਰਿਹਾ। 2 ਡਿਫਰੈਂਟ ਨਾਊਨ ਨੇ, ਸਟੂਡੈਂਟ ਅਤੇ ਟੀਚਰ ਕੀ 2 ਅਲੱਗ-ਅਲੱਗ ਨੇ, ਅਤੇ ਜੁਆਇਨ ਕਿਹਦੇ ਨਾਲ ਕੀਤੇ ਹੋਏ ਨੇ, ਨਾਈਦਰ ਅਤੇ ਨੋਰ ਦੇ ਨਾਲ। ਹੁਣ ਪ੍ਰੋਨਾਊਨ ਕੀ ਹੈ, ਦੇਅਰ। ਇਹਦੇ ਵਿੱਚ ਪ੍ਰੋਨਾਊਨ ਕੀ ਹੈ, ਦੇਅਰ। ਇਹਦੇ ਵਿੱਚ ਕੀ ਹੈ, ਇੱਕ ਪ੍ਰੋਨਾਊਨ ਹੈ। ਹੁਣ ਇੱਥੇ ਦੇਅਰ ਪ੍ਰੋਨਾਊਨ ਕਿਹੜਾ ਯੂਜ਼ ਹੋਏਗਾ, ਪ੍ਰੋਨਾਊਨ ਸੈਕਿੰਡ ਜੈਂਡਰ ਦੇ ਹਿਸਾਬ ਨਾਲ ਯੂਜ਼ ਹੋਏਗਾ। ਪ੍ਰੋਨਾਊਨ ਕਿਹਦੇ ਨਾਲ ਯੂਜ਼ ਹੋਏਗਾ, ਸੈਕਿੰਡ ਜੈਂਡਰ। ਦੇਅਰ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਸਟੂਡੈਂਟਸ ਨੂੰ। ਜ਼ਿਆਦਾ ਵਾਲੇ ਦੇਅਰ ਕਿਹਦੇ ਲਈ, ਆਪਾਂ ਜ਼ਿਆਦਾ ਲਈ ਵਰਤਦੇ ਹਾਂ। ਟੀਚਰ ਤਾਂ ਇੱਕੋ ਹੀ ਹੁੰਦਾ, ਅਤੇ ਪ੍ਰੋਨਾਊਨ ਕਿਹਦੇ ਨਾਲ ਯੂਜ਼ ਹੋਏਗਾ, ਸੈਕਿੰਡ ਸੈਂਟੈਂਸ ਦੇ ਨਾਲ। ਟੀਚਰ ਹੈ ਅਤੇ ਇੱਥੇ ਆਉਣਾ ਸੀ ਹਿਜ਼ ਕਲਾਸ। ਕੀ ਆਉਣਾ ਸੀ, ਹਿਜ਼ ਕਲਾਸ। ਟੀਚਰ ਇੱਕ ਸਿੰਗੂਲਰ ਹੈ ਅਤੇ ਪ੍ਰੋਨਾਊਨ ਵੀ ਕੀ ਆਊਗਾ, ਸਿੰਗੂਲਰ ਆਊਗਾ, ਤਾਂ ਦੇਅਰ ਨਹੀਂ ਆਊਗਾ, ਹਿਜ਼। ਹੁਣ ਇੱਥੇ ਤੁਸੀਂ ਕਹੋਗੇ ਮੈਮ ਹਰ ਕਿਉਂ ਨਹੀਂ ਲਿਖਿਆ, ਹਿਜ਼ ਕਿਉਂ ਲਿਖਿਆ। ਜਦੋਂ ਵੀ ਸਾਨੂੰ ਕਿਸੇ ਚੀਜ਼ ਦੇ ਜੈਂਡਰ ਕਲੈਰਿਟੀ ਨਹੀਂ ਹੁੰਦੀ ਕਿ ਕੁਐਸਚਨ ਸਾਨੂੰ ਮੇਲ ਟੀਚਰ ਵੱਲ ਰੈਫਰ ਕਰ ਰਿਹਾ ਕਿ ਫੀਮੇਲ ਟੀਚਰ ਵੱਲ ਰੈਫਰ ਕਰ ਰਿਹਾ ਹੈ, ਟੀਚਰ ਮੇਲ ਵੀ ਹੋ ਸਕਦਾ, ਫੀਮੇਲ ਵੀ ਹੋ ਸਕਦਾ, ਅਤੇ ਉਦੋਂ ਆਪਾਂ ਕੀ ਹੈ, ਹਿਜ਼ ਪ੍ਰੈਫਰ ਕਰਦੇ ਹਾਂ ਹਮੇਸ਼ਾ। ਜਦੋਂ ਕੀ ਹੈ ਸਾਨੂੰ ਕਲੈਰਿਟੀ ਨਾ ਹੋਵੇ ਮੇਲ ਵੱਲ ਰੈਫਰੈਂਸ ਹੈ ਕਿ ਫੀਮੇਲ ਵੱਲ, ਉਦੋਂ ਕੀ ਆਪਾਂ ਹਮੇਸ਼ਾ ਹਿਜ਼ ਰੈਫਰ ਕਰੀਦਾ ਵਾ। ਹਮੇਸ਼ਾ ਕੀ ਆਏਗਾ, ਹਿਜ਼। ਕਲੀਅਰ, ਰੂਲ ਕਲੀਅਰ ਹੈ। 2 ਨਾਊਨਸ ਨੇ ਅਤੇ ਨਾਈਦਰ ਨੋਰ ਨਾਲ ਜੁੜੇ ਹੋਏ ਨੇ, ਅਤੇ ਜਿਹੜਾ ਉਹਦੇ 'ਚ ਪ੍ਰੋਨਾਊਨ ਯੂਜ਼ ਹੋਏਗਾ ਉਹ ਸੈਕਿੰਡ ਦੇ ਅਕੋਰਡਿੰਗਲੀ ਯੂਜ਼ ਹੋਏਗਾ, ਮਤਲਬ ਨੋਰ ਤੋਂ ਬਾਅਦ ਵਾਲੇ ਨਾਲ ਯੂਜ਼ ਹੋਏਗਾ। ਸੈਂਟੈਂਸ ਕੀ ਹੋ ਜਾਏਗਾ, ਨਾਈਦਰ ਦ ਸਟੂਡੈਂਟਸ ਨੋਰ ਦ ਟੀਚਰ ਵਾਜ਼ ਇਨ ਹਿਜ਼ ਕਲਾਸ। ਅਗਰ ਇਹ ਨਾਈਦਰ ਦੀ ਬਜਾਏ ਆਈਦਰ ਔਰ ਦਾ ਕੰਪੈਰੀਜ਼ਨ ਹੁੰਦਾ, ਉਦੋਂ ਵੀ ਕੀ ਹੈ, ਆਪਣਾ ਸੇਮ ਕੇਸ ਹੈ। ਆਈਦਰ ਔਰ ਹੈ, ਨਾਈਦਰ ਨੋਰ ਹੈ। ਪ੍ਰੋਨਾਊਨ ਹਮੇਸ਼ਾ ਕਿਹਦੇ ਨਾਲ ਯੂਜ਼ ਹੋਏਗਾ, ਸੈਕਿੰਡ ਨਾਊਨ ਦੇ ਅਕੋਰਡਿੰਗ। ਕਿਹਦੇ ਨਾਲ ਯੂਜ਼ ਹੋਏਗਾ, ਸੈਕਿੰਡ ਨਾਊਨ ਨਾਲ ਅਕੋਰਡਿੰਗ। ਮਤਲਬ ਇਹਦਾ ਆਪਸ਼ਨ ਕੀ ਹੋ ਜਾਏਗਾ, ਆਪਣਾ ਥਰਡ, ਸੀ ਆਪਸ਼ਨ ਕੀ ਆਪਣਾ ਕਰੈਕਟ ਆਪਸ਼ਨ ਹੈ। ਕਲੀਅਰ ਬੱਚੋ, ਵਧੀਆ। 10 ਕੁਐਸਚਨ ਹੋ ਗਏ, ਚਲੋ ਕਲੀਅਰ ਕਰਾ ਦਿੰਦੇ। ਥੋੜ੍ਹਾ ਜਿਹਾ ਰਹਿ ਗਿਆ, ਇੱਕ ਰੂਲ ਰਹਿ ਗਿਆ, ਤੇ ਉਸ ਤੋਂ ਬਾਅਦ ਕੁਐਸਚਨਸ ਕਵਰ ਕਰ ਹੀ ਦਿੰਦੇ ਆ। ਜੇ ਵੱਧ ਲੱਗੇਗਾ ਨੈਕਸਟ ਤੋਂ ਆਪਾਂ ਥੋੜ੍ਹਾ ਘਟਾ ਦੇਵਾਂਗੇ। ਹੁਣ 11th ਕੁਐਸਚਨ, ਮੈਨੀ ਅ ਵਾਰੀਅਰਸ has met their death in the battlefield।
ਬਹੁਤ ਸਾਰੇ ਵਾਰੀਅਰ ਦੀ ਕੀ ਹੈ ਡੈਥ ਹੋ ਗਈ ਹੈ ਬੈਟਲਫੀਲਡ ਦੇ ਵਿੱਚ। ਬਹੁਤ ਸਾਰੇ ਵਾਰੀਅਰ ਦੀ ਕੀ ਹੈ ਡੈਥ ਹੋ ਗਈ ਹੈ ਬੈਟਲਫੀਲਡ ਦੇ ਵਿੱਚ। ਹੁਣ ਇਹ ਕੀ ਹੈ ਮੈਨੀ ਅ। ਜਦੋਂ ਵੀ ਮੈਨੀ ਅ ਆਏਗਾ ਨਾ ਉਹ ਹਮੇਸ਼ਾ ਕੀ ਹੈ ਸਿੰਗੂਲਰ ਪ੍ਰਨਾਊਨ ਰਹਿੰਦਾ ਵਾ ਅਤੇ ਸਿੰਗੂਲਰ ਹੀ ਵਰਬ ਲੈਂਦਾ ਵਾ। ਦੇਅਰ ਕੀ ਹੈ ਇੱਕ ਪ੍ਰਨਾਊਨ ਹੈ, ਦੇਅਰ ਕੀ ਹੈ ਇੱਕ ਪ੍ਰਨਾਊਨ ਹੈ, ਪਰ ਇਹ ਪ੍ਰਨਾਊਨ ਕੀ ਹੈ ਪਲੂਰਲ ਪ੍ਰਨਾਊਨ ਹੈ। ਪਰ ਅੱਗੇ ਕੀ ਹੈ ਮੈਨੀ ਅ ਯੂਜ਼ ਹੋ ਰਿਹਾ ਅਤੇ ਮੈਨੀ ਅ ਹਮੇਸ਼ਾ ਕੀ ਲਏਗਾ ਆਪਣਾ ਸਿੰਗੂਲਰ ਪ੍ਰਨਾਊਨ ਲਏਗਾ। ਮੈਨੀ ਤਾਂ ਦੇਅਰ ਦੀ ਬਜਾਏ ਕੀ ਹੋ ਜਾਏਗਾ ਹਿਜ਼, ਕੀ ਹੋ ਜਾਏਗਾ ਹਿਜ਼। ਮੈਨੀ ਅ ਵਾਰੀਅਰ हैज़ met his death on the battlefield। सी ऑप्शन की हो जाएगा करैक्ट हो जाएगा। क्लीयर हो गया ਕੀ ਆਉਣਾ ਚਾਹੀਦਾ ਸੀ ਸਿੰਗੂਲਰ ਪ੍ਰੋਨਾਊਨਸ। ਪ੍ਰੋਨਾਊਨਸ ਉੱਤੇ ਬਹੁਤ ਸਾਰੇ ਐਰਰਸ ਆਉਂਦੇ ਆ ਬਹੁਤ ਜ਼ਿਆਦਾ। ਕਲੀਅਰ ਵਧੀਆ। ਅਤੇ ਜਦੋਂ ਮੈਂ ਤੁਹਾਨੂੰ ਕੁਐਸਚਨਸ ਦੀ ਪ੍ਰੈਕਟਿਸ ਕਰਾਉਂਗੀ ਉਦੋਂ ਮੈਂ ਤੁਹਾਨੂੰ ਰੂਲਸ ਨਹੀਂ ਕਰਾਉਂਗੀ, ਇਸ ਲਈ ਆਪਣੇ ਰੂਲਸ ਕੀ ਆ ਹੁਣੇ ਚੰਗੀ ਤਰ੍ਹਾਂ ਕਰ ਲਓ। ਅਤੇ ਹੋਰ ਚੀਜ਼ਾਂ ਤੁਸੀਂ ਕੀ ਯਾਦ ਰੱਖਣੀਆਂ ਨੇ ਪ੍ਰੋਨਾਊਨ ਦੇ ਕੇਸ ਵਿੱਚ। ਅਗਰ ਕੁਝ ਵਰਡਸ ਨੇ ਦ ਸੇਮ, ਨਨ, ਨਥਿੰਗ, ਐਨੀ, ਓਨਲੀ, ਦ ਫਿਊ, ਦ ਲਿਟਲ, all relative pronoun that is used ਕੀ ਯੂਜ਼ ਹੋ ਰਿਹਾ ਵੇ ਇਹ ਸਾਰੇ ਪ੍ਰੋਨਾਊਨਸ ਵਿੱਚ ਕੀ ਡੈਟ ਦੀ ਵਰਤੋਂ ਕੀਤੀ ਜਾਂਦੀ ਹੈ। ਐਗਜ਼ਾਮਪਲ ਲੈ ਲਈਏ all that glitters is not gold, all that glitters is not gold। ਸੈਕਿੰਡ ਐਗਜ਼ਾਮਪਲ ਕੀ ਹੈ I have spent the few dollars that I had ਕੀ ਯੂਜ਼ ਹੋ ਰਿਹਾ the few, ਕੀ ਯੂਜ਼ ਹੋ ਰਿਹਾ ਵਾ the few। ਇੱਥੇ ਕੀ ਸੀ all ਯੂਜ਼ ਹੋ ਰਿਹਾ ਵਾ, ਇੱਥੇ ਹਮੇਸ਼ਾ ਕੀ ਹੈ ਡੈਟ ਦੀ ਵਰਤੋਂ ਕੀਤੀ ਜਾਏਗੀ। ਕਿਹਦੀ ਵਰਤੋਂ ਕੀਤੀ ਜਾਏਗੀ ਡੈਟ ਦੀ। ਸਮਝ ਲੱਗ ਗਈ ਕਿਸ ਚੀਜ਼ ਦੀ ਵਰਤੋਂ ਕੀਤੀ ਜਾਏਗੀ ਡੈਟ ਦੀ। ਇਹਦੇ ਨਾਲ ਤੁਹਾਨੂੰ ਕੁਐਸਚਨਸ ਵਿੱਚ ਹੋਰ ਕਲੀਅਰ ਹੋ ਜਾਏਗਾ। ਕੁਛ ਵਰਡ ਜਿੱਦਾਂ ਕਿ ਦ ਸੇਮ ਹੈ, ਨਨ ਹੈ, ਨਥਿੰਗ ਹੈ, ਠੀਕ ਹੈ। ਅਤੇ ਇਹ ਚੀਜ਼ਾਂ ਹੁਣ all that glitters is not gold, ਜੋ ਸਭ ਕੁਝ ਚਮਕਦਾ ਉਹ ਗੋਲਡ ਨਹੀਂ ਹੁੰਦਾ, ਠੀਕ ਹੈ। I have spent the few dollars that I had, ਠੀਕ ਹੈ। ਕੋਈ ਮੈਨੂੰ ਇੱਕ ਕਮੈਂਟ ਬਾਕਸ ਵਿੱਚ ਕੋਈ ਬੱਚਾ ਦੱਸ ਸਕਦਾ ਅਗਰ ਇਕੱਲਾ ਫਿਊ ਲਿਖਿਆ ਅ ਫਿਊ ਲਿਖਿਆ ਅਤੇ ਦ ਫਿਊ ਲਿਖਿਆ ਇਹ ਤਿੰਨਾਂ ਵਿੱਚ ਫਰਕ ਕੀ ਹੈ ਦੱਸੋ। ਕਿਸੇ ਬੱਚੇ ਨੂੰ ਪਤਾ ਅ ਫਿਊ ਇਕੱਲਾ ਫਿਊ ਅਤੇ ਦ ਫਿਊ ਵਿੱਚ ਡਿਫਰੈਂਸ ਕੀ ਹੈ ਦੱਸ ਸਕਦਾ। ਪਹਿਲੀ ਗੱਲ ਤੁਸੀਂ ਯਾਦ ਰੱਖਣਾ ਜਿਹੜਾ ਫਿਊ ਵਰਡ ਹੈ ਨਾ ਉਹ ਹਮੇਸ਼ਾ ਕਾਊਂਟੇਬਲ ਦੇ ਨਾਲ ਯੂਜ਼ ਹੁੰਦਾ ਵਾ। ਕਿਹਦੇ ਨਾਲ ਯੂਜ਼ ਹੁੰਦਾ ਵਾ ਕਾਊਂਟੇਬਲ। ਇੱਕ ਫਿਊ ਹੁੰਦਾ ਇੱਕ ਲਿਟਲ ਹੁੰਦਾ। ਲਿਟਲ ਜਿਹੜਾ ਅਨਕਾਊਂਟੇਬਲ ਨਾਲ ਯੂਜ਼ ਹੋਏਗਾ। ਹੁਣ ਇੱਥੇ ਲਿਟਲ ਵੀ ਹੈ ਨਾ ਦ ਲਿਟਲ ਲਿਖਿਆ, ਇੱਥੇ ਮੈਂ ਦ ਲਿਟਲ ਕਿਉਂ ਲਿਖਿਆ ਅ ਲਿਟਲ ਕਿਉਂ ਨਹੀਂ ਲਿਖਿਆ, ਜਿੱਥੇ ਦ ਫਿਊ ਕਿਉਂ ਲਿਖਿਆ ਅ ਫਿਊ ਕਿਉਂ ਨਹੀਂ ਲਿਖਿਆ। ਫਰਕ ਕੀ ਹੈ ਤਿੰਨੋਂ ਚੀਜ਼ਾਂ ਵਿੱਚ ਉੱਪਰ ਸਮਝਾ ਦਾਂ ਇੱਥੇ ਇਹ ਜਗ੍ਹਾ 'ਤੇ ਸਮਝਾ ਦਿੰਦੀ ਹਾਂ। ਫਿਊ ਅ ਫਿਊ ਦ ਫਿਊ ਵਾਟਸ ਦ ਡਿਫਰੈਂਸ ਇਨ ਆਲ ਥਰੀ। ਉੱਥੇ ਮੈਂ ਦ ਫਿਊ ਲਿਖਿਆ ਸੀ ਸਪੈਸ਼ਲ ਅ ਫਿਊ ਨਹੀਂ ਸੀ। ਪਹਿਲੀ ਗੱਲ ਜਿਹੜਾ ਫਿਊ ਹੈ ਉਹ ਕਾਊਂਟੇਬਲ ਦੇ ਨਾਲ ਯੂਜ਼ ਹੁੰਦਾ ਹੈ। ਇਹ ਫਿਊ ਦਾ ਮਤਲਬ ਕੀ ਹੁੰਦਾ ਨਥਿੰਗ, ਮਤਲਬ ਕੁਛ ਵੀ ਨਹੀਂ, ਬਲੈਂਕ, ਜ਼ੀਰੋ, ਠੀਕ ਹੈ। ਅ ਫਿਊ ਕੀ ਹੁੰਦਾ ਸਮਥਿੰਗ, ਕੁਛ ਤਾਂ ਹੈ, ਠੀਕ ਹੈ। ਅ ਫਿਊ ਦਾ ਕੀ ਮਤਲਬ ਹੁੰਦਾ ਵਾ ਸਮਥਿੰਗ, ਮਤਲਬ ਕੁਛ ਤਾਂ ਹੈਗਾ ਹੈ। ਉੱਦਾਂ ਹੀ ਦ ਫਿਊ ਦਾ ਮਤਲਬ ਕੀ ਹੁੰਦਾ ਦ ਓਲ ਯੂ ਹੈਵ, ਤੁਹਾਡੇ ਕੋਲ ਜੋ ਹੈ ਸਭ, ਦ ਓਲ ਯੂ ਹੈਵ, ਠੀਕ ਹੈ। ਦ ਫਿਊ ਕੀ ਹੈ ਦ ਓਲ ਯੂ ਹੈਵ। ਹੁਣ ਐਗਜ਼ਾਮਪਲ ਕੀ ਸੀ ਆਈ ਹੈਵ ਸਪੈਂਟ ਦ ਫਿਊ ਡਾਲਰਸ ਦੈਟ ਆਈ ਹੈਵ। ਦ ਫਿਊ ਕੀ ਸੀ ਮੇਰੇ ਕੋਲੋਂ ਜਿੰਨੇ ਡਾਲਰ ਸੀ ਉਹਦੇ 'ਚੋਂ ਮੈਂ ਕੁਛ ਖਰਚੇ। ਉਹ ਸੈਂਟੈਂਸ ਦਾ ਮਤਲਬ ਇਹੀ ਸੀ ਨਾ ਆਈ ਹੈਵ ਸਪੈਂਟ ਦ ਫਿਊ ਡਾਲਰਸ ਦੈਟ ਆਈ ਹੈਵ, ਉਹਦੇ ਵਿੱਚੋਂ ਕੁਛ ਮੈਂ ਖਰਚੇ। ਕਲੀਅਰ ਹੋਇਆ। ਉਵੇਂ ਹੀ ਲਿਟਲ ਅ ਲਿਟਲ ਦ ਲਿਟਲ ਮਤਲਬ ਇਹੀ ਹੈ ਨਥਿੰਗ ਸਮਥਿੰਗ ਆਲ ਯੂ ਹੈਵ। ਪਰ ਫਰਕ ਕੀ ਹੈ ਲਿਟਲ ਕੀ ਹੈ ਅਨਕਾਊਂਟੇਬਲ ਨਾਲ ਯੂਜ਼ ਹੋਏਗਾ, ਫਿਊ ਕੀ ਹੈ ਕਾਊਂਟੇਬਲਸ ਨਾਲ ਯੂਜ਼ ਹੁੰਦਾ। ਹੁਣ ਡਾਲਰ ਕੀ ਹੈ ਕਾਊਂਟੇਬਲ ਚੀਜ਼ ਹੈ ਨਾ, ਡਾਲਰਸ ਕੀ ਹੈ ਕਾਊਂਟੇਬਲ ਚੀਜ਼ ਹੈ। ਉਹਦੇ ਕੋਲ ਜਿੰਨੇ ਪੈਸੇ ਸੀ ਮਤਲਬ ਉਹਦੇ ਕੋਲ ਜਿੰਨੇ ਡਾਲਰ ਸੀ ਕਾਊਂਟੇਬਲ ਨੇ। ਤਾਂ ਕੀ ਹੈ ਅਗਰ ਇਹ ਡਾਲਰ ਦੀ ਜਗ੍ਹਾ ਕੋਈ ਤੁਹਾਡੇ ਕੋਲ ਅਨਕਾਊਂਟੇਬਲ ਨਾਊਨ ਯੂਜ਼ ਹੁੰਦਾ ਤਾਂ ਤੁਸੀਂ ਉੱਥੇ ਦ ਫਿਊ ਨਹੀਂ ਆਉਣਾ ਸੀ, ਤਾਂ ਦ ਲਿਟਲ ਵਰਡ ਆਉਣਾ ਸੀ ਉੱਥੇ। ਕਲੀਅਰ ਹੋਈ।
अगर हजे भी ये फ्यू वाले विच जे लिटल डाउट होएगा तुसीं मैनूं कमेंट बॉक्स कमेंट करके ज़रूर दसना है। अगला एक करिए रूल, एक लास्ट रूल है अज दा। हुण अगर कुछ वर्ड्स ने हर्ट, चीट, प्रोस्टेट, इंट्रोड्यूस, प्रेजेंट, एबसेंट, सैटिस्फाई, ले, ਉਹਦੇ ਜਿਹੜਾ ਪ੍ਰੋਨਾउन यूज़ होएगा ना वो अपना ऑब्जेक्टिव केस यूज़ होंदा वा। ठीक है, ऑब्जेक्टिव या फिर रिफ्लैक्सिव प्रोनाउन यूज़ होंदा है। रिफ्लैक्सिव प्रोनाउन की होंदा है? हुण मुद्दा आएगा कि जी रिफ्लैक्सिव प्रोनाउन की होंदा वा, पता है किसी नूं? रिफ्लैक्सिव प्रोनाउन होंदा वा जिद्दां कि हिमसैल्फ, हरसैल्फ, हिमसैल्फ, हरसैल्फ, इहो जी जिवें वर्ड्स होंदे ने ना, ਇਹ सब की ने एक रिफ्लैक्सिव प्रोनाउन है। माई सैल्फ, दैम सैल्व्स, आर सैल्व्स, ਇਹ सब की है रिफ्लैक्सिव प्रोनाउन ने। ਇਹ सब की है एक रिफ्लैक्सिव प्रोनाउन है। देखो इत्थे की है हर सैल्फ, यह की है रिफ्लैक्सिव प्रोनाउन। शी इंट्रोड्यूस्ड हर सैल्फ टू द जी, उन्हें अपने आप को इंट्रोड्यूस किया। हुण देखो इंट्रोड्यूस है ना, वर्ड की है इंट्रोड्यूस। अगर इहो जी चीज़ आएगी ना, शी इंट्रोड्यूस, हर टू द जी एम नहीं आएगा, हर सैल्फ आएगा। रिफ्लैक्सिव प्रोनाउन का यूज़ किया जाएगा जिथे कि वर्ड्स हर्ट, चीट, प्रोस्टेट, इंट्रोड्यूस, प्रेजेंट, एबसेंट, सैटिस्फाई, ले, इहो जी कुछ चीज़ां होण। क्लीयर? ऐसे अपने प्रोनाउंस के नाल रिलेटिड रूल्स। ये कुछ क्वेश्चंस ने। आई नो लैक्चर लंबा हो गया, पेशेंस रखो, हुण क्वेश्चंस आ चुके हैं। ठीक है, तुहाडे लिए ही है लैक्चर। ऑब्वियसली अगर आप ग्रामर कर रहे हैं लैक्चर तो लंबा होएगा अगर आप एक दिन टॉपिक चक रहे हैं। नाउन्स, प्रोनाउंस, नैक्सट अपना आ जाएंगे वर्ब। ठीक है, नाउन, प्रोनाउन, फिर वर्ब। करिए हुण क्वेश्चंस नूं डिस्कस। मैं उम्मीद कर रही हूँ तुसीं क्वेश्चंस कर सकोगे। ज़्यादातर क्वेश्चन तुहाडे जिहड़े मैं लास्ट सिर्फ 2 रूल्स कराए ने विदाउट एग्जाम्पल्स उहदे नाल होणगे। ठीक है, फर्स्ट क्वेश्चन, द फाउंडर एंड द ओनर ऑफ दिस फर्म एक्सप्रैस्ड देयर व्यूज़ ऑन द ट्रेंड्स इन द हिस्टरी। हुण क्वेश्चन एक याद करावां इहदे नाल, जिन्होंने नहीं याद आ रहा 2 सैकेंड्स है तुहाडे कोल सोचण नूं। किहड़ा इहदे ते रूल लग्गिआ? हाँ जी, किहड़ा रूल लग्गिआ? द मैनेजर एंड द क्लर्क्स वाला रूल लग्गिआ। की है? एंड, दो नाउन ने, प्रोनाउन किहड़ा यूज़ होना सी? सिंगुलर, तो देयर नहीं आएगा, हिज आएगा। फर्स्ट विच देयर नहीं, हिज प्रोनाउन यूज़ होएगा। एंड दो नाउन्स जिहड़ा अपना प्रोनाउन है वो क्या होएगा? सिंगुलर होएगा, पहले नाउन के नाल रिलेटेड। द फाउंडर एंड द ओनर ऑफ दिस फर्म एक्सप्रैस्ड हिज व्यूज़ ऑन द ट्रेंड इन द इंडस्ट्री। क्वेश्चन फटाफट कर दें। सेकेंड क्वेश्चन, रोहन एज वेल एज हिज फ्रेंड्स इज डूइंग देयर वर्क। की है? एज वेल एज की है? कंपैरिजन। रोहन तो ये दोस्तों विच, प्रोनाउन की यूज़ होएगा? सिंगुलर। की आएगा इत्थे? हिज वर्क। रोहन एज वेल एज हिज फ्रेंड इज डूइंग हिज वर्क, फर्स्ट नाउन के नाल रिलेटेड कंपैरिजन। सेकेंड क्वेश्चन, द स्टूडेंट एज वेल एज देयर टीचर्स आर डूइंग हिज वर्क। स्टूडेंट्स एज वेल एज देयर टीचर्स आर डूइंग देयर वर्क। सॉरी, मैं तो आंसर बोलता, हिज की बजाय की आएगा? देयर वर्क आएगा। की आएगा इत्थे? देयर वर्क आएगा। रूल तुसीं मैनूं दसोगे, एक्सैप्शन वाला रूल आएगा इहदे विच। ठीक है, हिज की बजाय आपां देयर को। जिहड़े क्वेश्चन डाउट होएगा तुसीं मैनूं पुछ लेना। ईच मैन and each woman went to his shop। each man and each woman, यह भी रूल मैं बहुत चंगी तरह कराया सी। his की बजाय इत्थे की यूज़ होएगा? हर शॉप। वुमेन की है? सेकंड है। वर्ड की है? ईच है। प्रोनाउन के नाल होएगा जो सेकंड इच यूज़ किया गया हुआ। ठीक है, आइदर ऑफ 3 बॉयज़, आइदर यूज़ होएगा इत्थे? आइदर ऑफ 3 बॉयज़ आएगा, 3 यूज़ हो रहा है। आइदर के तो यूज़ होंदा है 2, तो इत्थे क्या आएगा? ईच ऑफ द 3 बॉयज़। की आएगा फिफ्थ विच? ईच ऑफ द 3 बॉयज़। सिक्स्थ, ईच योर ब्रदर और यू हैव डन देयर वर्क। ईच योर ब्रदर और यू हैव डन देयर वर्क। देयर आएगा? देयर नहीं आएगा तो की प्रोनाउन यूज़ होएगा? योर वर्क। ठीक है, यू है तो इत्थे की आएगा? योर वर्क। रूल की है? कमेंट बॉक्स विच कमेंट करके दसना। 7th क्वेश्चन, देयर इज़ नन हू कैन हैल्प यू इन दिस क्रूशियल टाइम। कोई नहीं है जो कि तुहानू हैल्प कर सकते इस क्रूशियल टाइम विच। वर्ड की यूज़ हो रहा है? नन। नन दे नाल मैं की क्या सी रूल दे विच? डैट वर्ड यूज़ होएगा। किहड़ा प्रोनाउन यूज़ होएगा? डैट। देयर इज़ नन दैट कैन हैल्प यू इन दिस क्रूशियल टाइम। ठीक है, नहीं तो इत्थे आएगा देयर इज़ नो वन हू कैन हैल्प यू।
ਆਪਾਂ ਪ੍ਰੋਨਾउन ਨਾਲ ਕਰ ਰਹੇ ਹਾਂ ਤਾਂ देयर इज़ नन दैट कैन हेल्प यू इन दिस क्रूशियल टाइम। 8th क्वेश्चन, ही इंट्रोड्यूस्ड टू द चेयरमैन एज द होस्ट ऑफ द इवेंट। ही इंट्रोड्यूस्ड टू द चेयरमैन एज द होस्ट ऑफ द इवेंट। होस्ट वर्ड यूज हो रहा है ਤਾਂ ਰਿਫਲੈਕਸਿਵ ਪ੍ਰੋਨਾउन ਦੀ ਹੋਸਟ ਇੰਟਰੋਡਿਊਸ ਵਰਡ ਹੁਣੇ ਤੁਹਾਨੂੰ ਮੈਂ ਕਰਵਾਇਆ ਸੀ ਇੰਟਰੋਡਿਊਸ ਵਰਡ ਵਿੱਚ ਕੀ ਹੋਏਗਾ ਹੋਸਟ ਦਾ ਯੂਜ਼ ਹੋ ਰਿਹਾ ਹੋਸਟ ਨਹੀਂ ਹਰਟ ਵਰਡ ਹੁੰਦਾ ਸੀਗਾ ਇੰਟਰੋਡਿਊਸ ਵਿੱਚ ਕੀ ਹੈ ਰਿਫਲੈਕਸਿਵ ਪ੍ਰੋਨਾउन ਦੀ ਯੂਜ਼ ਕੀਤੀ ਜਾਏਗੀ ਹੀ ਇੰਟਰੋਡਿਊਸਡ ਹਿਮਸੈਲਫ ਟੂ ਦ ਚੇਅਰਮੈਨ ਐਜ਼ ਦ ਹੋਸਟ ਆਫ ਦ ਇਵੈਂਟ ਠੀਕ ਹੈ ਰਿਫਲੈਕਸਿਵ ਪ੍ਰੋਨਾउन ਉੱਥੇ ਕੀ ਹੈ ਯੂਜ਼ ਕੀਤਾ ਹੀ ਜਾਏਗਾ ਇੰਟਰੋਡਿਊਸ ਦੇ ਨਾਲ ਕੀ ਹੈ ਰਿਫਲੈਕਸਿਵ ਪ੍ਰੋਨਾउन ਦੀ ਵਰਤੋਂ ਆਏਗੀ ठीक है। ऐसे ਤੁਹਾਡੇ 8 क्वेश्चनस कुछ रूल्स ਦੇ ਨਾਲ ਰਿਲੇਟਿਡ ठीक है। ਇਹ ਅੱਜ ਦਾ ਤੁਹਾਡਾ ਕਿਸੇ ਪ੍ਰੋਨਾउन ਦਾ ਲੈਕਚਰ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਲੈਕਚਰ ਪਸੰਦ ਆਏਗਾ ਲੈਕਚਰ ਪਸੰਦ ਆਇਆ ਲੈਕਚਰ ਨੂੰ ਲਾਈਕ ਤੇ ਸ਼ੇਅਰ ਕਰਨਾ ਹੋਵੇ ਜੇ ਤੁਸੀਂ ਹਜੇ ਵੀ ਕੋਈ ਚੇਂਜਸ ਚਾਹੁੰਦੇ ਇੰਗਲਿਸ਼ ਦੇ ਲੈਕਚਰਸ ਤਾਂ ਵੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਪਿਛਲੇ ਲੈਕਚਰ ਨੂੰ ਤੁਸੀਂ ਸਭ ਨੇ ਕਿਹਾ ਕਿ ਮੈਮ ਬਹੁਤ ਵਧੀਆ ਸੀ ਉਸੇ ਤਰ੍ਹਾਂ ਮੈਂ ਤੁਹਾਡੇ ਲਈ ਸੈਕਿੰਡ ਲੈ ਕੇ ਆਈ ਹਾਂ ਪ੍ਰੋਨਾउन ਦੇਖੋ ਤੁਹਾਡੇ ਸਪੋਰਟ ਦੇ ਨਾਲ ਤੁਹਾਡੀ ਮੋਟੀਵੇਸ਼ਨ ਨਾਲ ਹੀ ਮੈਂ ਅੱਜ ਦਾ ਲੈਕਚਰ ਬਣਾਇਆ ਹੋਇਆ ਲੈਕਚਰ ਮੈਂ ਮੰਨਦੀ ਹਾਂ ਕਾਫੀ ਲੰਬਾ ਗਿਆ ਹੋਇਆ ਅਰਾਊਂਡ 40 ਮਿੰਟਸ ਦਾ ਲੈਕਚਰ ਲੰਬਾ ਗਿਆ ਹੋਏਗਾ ਕਿਉਂਕਿ ਪ੍ਰੋਨਾउन ਦੇ ਵਿੱਚ ਰੂਲਸ ਕਾਫੀ ਸੀਗੇ ਅਗਰ ਕਿਸੇ ਨੂੰ ਕੋਈ ਵੀ ਰੂਲ ਦੇ ਵਿੱਚ ਦਿੱਕਤ ਹੈਗੀ ਹੈ ਕਿਸੇ ਕੁਐਸਚਨ ਵਿੱਚ ਦਿੱਕਤ ਹੈਗੀ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਡੇ ਮੈਂ ਸ਼ੋਰਿਟੀ ਲੈਂਦੀ ਹਾਂ ਤੁਹਾਡਾ ਹਰ ਕਮੈਂਟ ਮੈਂ ਪੜ੍ਹਦੀ ਹਾਂ ਠੀਕ ਹੈ ਜੋ ਜੈਨੂਅਨ ਕਮੈਂਟ ਹੁੰਦੇ ਨੇ ਜਾਂ ਜੋ ਜੈਨੂਅਨ ਹੁੰਦੀਆਂ ਨੇ ਮੈਨੂੰ ਲੱਗਦਾ ਕਿ ਹਾਂਜੀ ਬੱਚੇ ਨੇ 2 ਵਾਰੀ ਵੀਡੀਓ ਦੇਖ ਲਈ ਤਾਂ ਵੀ ਉਹਨੂੰ ਕਲੀਅਰ ਨਹੀਂ ਹੋਇਆ ਤਾਂ ਉਹਦਾ ਮੈਂ ਜ਼ਰੂਰ ਲੈਂਦੀ ਹੈਗੀ ਉਹਦੀ ਡਾਊਟ ਮੈਂ ਹਮੇਸ਼ਾ ਪਕੜਦੀ ਹਾਂ ਠੀਕ ਹੈ ਜੀ बस इस तरह तुसी साडे क्रैश कोर्स में सपोर्ट करते जाओ लैक्चर में शेयर करते जाओ चैनल में की सब्सक्राइब करो ठीक है हुण आपां मिलते हैं अपने नैक्सट लैक्चर दे विच इंग्लिश का जो कि तुहाडा वैनसडे नूं होएगा न्यू शेड्यूल तुहानूं मिल गया 3 डेज़ GK एंड 3 डे इंग्लिश का ठीक है जी तब तक की अपनी रिवीजन जारी रखते रहना तुहाडे कोल 2 दिन होणगे प्रोनाउंस नूं पढ़ो 2-3 बारी लैक्चर देखो डाउट है कमेंट बॉक्स विच कमेंट करो ठीक है हुण आपां मिलते हैं अपने नैक्सट लैक्चर दे विच।